ਕੋਈ ਫੱਡੇ ਹੋਣ, ਕੋਈ ਪੁਰਾਣੇ ਮਸਲੇ ਹੋਣ, ਉੱਥੇ ਜ਼ਿਆਦਾ ਕਹਾਣੀਆਂ ਹੁੰਦੀਆਂ ਨੇ। ਲੇਕਿਨ ਮੇਰਾ ਖਿਆਲ ਹੈ ਚूंकि मंजूर साहब म्यूट कर दो, सॉरी ना ठीक ते ਉਹਦੇ ਚ ਤੇ ਠੀਕ ਹੈ, मतलब कुछ मुआशरियां दी मुल्कां दी हिस्ट्री ਹੁੰਦੀ, लेकिन फैमिली एक ऐसी कौम है कि ਜਿਹੜੀ ਸ਼ੁਰੂ ਤੋਂ ਹੀ ਵਿੰਗੀ ਹੈ, ठीक है ना। ਤੇ ਕੋਈ ਜਿਹੜੀ ਹੈ ਉਹਦੇ ਅੰਦਰ ਤੁਸੀਂ ਵੇਖੋਗੇ ਆਪਣੇ ਖਾਨਦਾਨ ਦੇ ਅੰਦਰ, ਤੇ ਤੁਹਾਨੂੰ ਉਹਦੇ ਵਿੱਚ ਕਹਾਣੀ ਜਿਹੜੀ ਹੈ ਉਹ ਮਿਲੇਗੀ। ਤੇ ਜੈਸੇ ਸਭ ਤੁਸੀਂ ਥੋੜੀ ਜਿਹੀ ਪੜ੍ਹ ਕੇ ਸੁਣਾਓ ਤੇ ਜੀ ਉਸ ਤੋਂ ਬਾਅਦ ਤੇ ਗੱਲ। मैं पहला सफा पढ़ना, वैसे तो मेरे ख्याल से 3 सफे दी है। हाँ, राती 9 ਦੇ ਬਾਅਦ ਕੋਈ ਵੀ ਫੋਨ ਆਂਦਾ ਤੇ ਮੇਰੇ ਪਿਓ ਨੂੰ ਲੱਗਦਾ ਕਿ ਪਿੰਡ ਵਿੱਚੋਂ ਕੋਈ ਉੱਤੇ ਟੁਰ ਗਿਆ। ਫਰਵਰੀ ਦੀ ਇੱਕ ਰਾਤ ਮੇਰੇ ਚਾਚੇ ਦਾ ਫੋਨ ਆਇਆ ਕਿ ਉਹਦਾ ਸੋਹਰਾ ਅੱਲਾ ਨੂੰ ਮਿਲਣ ਟੁਰ ਗਿਆ ਤੇ ਸਵੇਰੇ 8 ਵਜੇ ਉਹਨਾਂ ਨੇ ਉਹਨੂੰ ਦੱਬ ਦੇਣਾ। ਮਰਨ ਵਾਲਾ ਤੇ ਮਰ ਗਿਆ, ਪਰ ਸਾਡੇ ਘਰ ਪਵਾੜਾ ਪੈ ਗਿਆ ਕਿ ਹੁਣ ਅੱਧੀ ਰਾਤ ਨੂੰ ਪਿੰਡ ਕਿਵੇਂ ਅਪਣਾਂਗੇ। ਸਾਡੀ ਸੁਜ਼ੂਕੀ ਮਹਿਰਾਨ ਨੂੰ ਇਸ ਦੁਨੀਆ ਤੇ ਆਏ 15 ਤੇ ਸਾਡੇ ਘਰ ਆਏ 10 ਵਰੇ ਹੋ ਗਏ ਸਨ। ਹੁਣ ਉਹ ਕਿਸੇ ਵੀ ਵਟਕੇ ਦੀ ਤਰ੍ਹਾਂ ਆਪਣੇ ਮੂਡ ਨਾਲ ਹੀ ਚੱਲਦੀ ਸੀ। ਉਹਦੀਆਂ ਅੱਖਾਂ ਦਾ ਕੋਈ ਜਮਾਂਦਰੂ ਮਸਲਾ ਸੀ। ਮੇਰੇ ਪਿਓ ਨੇ ਕਈ ਵਾਰੀ ਬਿਲਾਲ ਕੰਚ ਤੋਂ ਬਣਵਾਈਆਂ, ਪਰ ਉਹ ਸਾਡੇ ਮੁਲਕੀ ਹਾਲਾਤ ਵਾਂਗੂ ਸਦਾ ਵਿਗੜੀਆਂ ਹੀ ਰਹੀਆਂ। ਮੇਰੇ ਪਿਓ ਸਾਡੇ ਮਸੇਰ ਕੋਲੋਂ ਉਹਨਾਂ ਦੀ ਕਲਟਸ ਮੰਗੀ ਕਿ ਪਿੰਡ ਵਿੱਚ ਸਾਡੀ ਟੋਰ ਵੀ ਬਣ ਜਾਸੀ ਤੇ ਕੰਮ ਵੀ ਸਰ ਜਾਸੀ, ਪਰ ਉਹਨਾਂ ਗੱਡੀ ਦੇਣ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਹਨਾਂ ਦੀ ਗੱਡੀ ਦੇ ਟਾਇਰ ਪੈਣ ਵਾਲੇ ਨੇ ਤੇ ਇਸ ਕਰਕੇ ਡਾਕਟਰ ਨੇ ਉਹਨੂੰ ਲੰਮਾ ਪੈਂਡਾ ਕਰਨ ਤੋਂ ਹਟ ਗਿਆ। ਮੇਰੇ ਪਿਓ ਰੱਜ ਕੇ ਮੇਰੇ ਮਸੇਰਾਂ ਨੂੰ ਗਾਲਾਂ ਕੱਢੀਆਂ ਤੇ ਨਾਲੇ ਮੇਰੀ ਮਾਂ ਦੇ ਪੇਕਿਆਂ ਦੀਆਂ ਸਾਰੀਆਂ ਨਸਲਾਂ ਨੂੰ ਪੁੰਨਿਆ। ਉਹਨਾਂ ਦੇ ਵਟਕੇ ਰਾਜਾਦਾਰ ਤੇ ਅੱਪੜ ਕੇ ਉਹਨੂੰ ਸਾਹ ਲਿਆ। ਬੋਲ ਬੁਲਾਰਾ ਕਰਕੇ ਉਹਨੂੰ ਚੇਤਾ ਆਇਆ ਕਿ 7 ਜਵਾਈਆਂ ਵਿੱਚੋਂ ਕੱਲਾ ਗੱਡੀ ਨਾ ਦੇਣ ਵਾਲਾ ਮਾਸੜ ਤੇ ਮੇਰਾ ਪਿਓ ਇੱਕੋ ਬਰਾਦਰੀ ਤੋਂ ਨੇ। ਫਿਰ ਉਹਨੇ ਰੱਜ ਕੇ ਆਪਣੀ ਬਰਾਦਰੀ ਨੂੰ ਗਾਲਾਂ ਕੱਢੀਆਂ ਤੇ ਟੀਵੀ ਲਾ ਕੇ ਬਹਿ ਗਿਆ। ਨਾਲ ਵਾਲੇ ਕਮਰੇ ਤੋਂ ਮੇਰੀ ਵੱਡੀ ਮਾਸੀ ਬੋਲੀ ਕਿ ਮਾਂ ਨੂੰ ਹਟਕਿਆ ਵੀ ਸੀ ਕਿ ਗੁੱਡੀ ਦੀ ਸ਼ਾਦੀ ਪੇਂਡੂਆਂ ਵਿੱਚ ਨਾ ਕਰੇ, ਇਹਨਾਂ ਦੀ ਗਾਂ ਵੀ ਮਰ ਜਾਏ ਤੇ ਇਹਨਾਂ ਨੇ ਉਹਦੇ ਤੇ ਵੀ ਪਹੁੰਚਣਾ ਹੁੰਦਾ। ਜੇ ਮੇਰੀ ਨਾਨੀ ਨੇ ਧੀਆਂ ਦੇ ਵਿਆਹ ਵੇਲੇ ਮੇਰੀ ਮਾਸੀ ਦੀ ਸੁਣ ਲਈ ਹੁੰਦੀ ਤੇ ਇਸ ਵੇਲੇ ਸਾਰੀਆਂ ਭੈਣਾਂ ਕੁਆਰੀਆਂ ਹੁੰਦੀਆਂ, ਨਾ ਕਿਸੇ ਦੇ ਸਹੁਰਿਆਂ ਵਿੱਚੋਂ ਕੋਈ ਮਰਦਾ, ਨਾ ਕੋਈ ਗੱਡੀ ਮੰਗਦਾ ਤੇ ਨਾ ਐਡਾ ਰੋਲਾ ਬੰਦਾ। ਅੱਬਾ ਕਹਿ ਤੇ ਬੈਠਾ ਸੀ ਕਿ ਉਹਨੇ ਪਿੰਡ ਨਹੀਂ ਜਾਣਾ, ਪਰ ਵਿੱਚੋਂ ਉਹਨੂੰ ਇਹ ਡਰ ਵੀ ਸੀ ਕਿ ਜੇ ਉਹ ਨਾ ਗਿਆ ਤੇ ਆਪਣੇ ਭਰਾਵਾਂ ਨੂੰ ਕੀ ਮੂੰਹ ਵਿਖਾਏਗਾ। ਮਰਨ ਵਾਲਾ ਮੇਰੇ 2 ਚਾਚਿਆਂ ਦਾ ਸਹੁਰਾ ਤੇ ਇੱਕ ਦਾ ਮਾਮਾ ਸਹੁਰਾ ਸੀ। ਜੇ ਗੱਲ ਇੱਕ ਭਰਾ ਦੀ ਹੁੰਦੀ ਤੇ ਉਹ ਛੱਡ ਵੀ ਦਿੰਦਾ। ਦੂਜਾ ਮਰਗ ਦਾ ਤੇ ਬਹਾਨਾ ਹੁੰਦਾ ਹੈ। ਪਿੰਡਾਂ ਵਿੱਚ ਮਰਨਿਆਂ ਤੇ ਵਿਆਹਾਂ ਤੋਂ ਵੀ ਵੱਧ ਸ਼ੁਗਲ ਹੁੰਦਾ। ਇੱਕ ਪੇਜ ਹੋ ਗਿਆ, आगे थोड़ा जारी रखो। एक और पढ़ दो, मेहरबानी एक और पढ़, पूरी पढ़ दो। ਸਾਰਾ ਦਿਹਾੜ ਲੋਕੀ ਮਰਗ ਵਾਲੇ ਘਰ ਦੇ ਬਾਹਰ ਬਾਜ਼ਾਰ ਵਿੱਚ ਮੰਜੀਆਂ ਢਾ ਕੇ ਬਹਿ ਰਹਿੰਦੇ ਨੇ। ਇਹਨਾਂ ਵੇਲਿਆਂ ਤੇ ਸ਼ਹਿਰ ਵਿੱਚ ਵਸਣ ਵਾਲਿਆਂ ਨੂੰ ਪਿੰਡ ਬਹੁਤਾ ਯਾਦ ਆਉਂਦਾ ਹੈ। ਸ਼ਹਿਰ ਵਿੱਚ ਤੇ ਇਹ ਘਰਾਂ ਵਿੱਚ ਵੜ ਕੇ ਬਹਿ ਰਹਿੰਦੇ ਨੇ। ਕਦੀ ਕਦੀ ਕੋਈ ਇਹਨਾਂ ਦੀ ਗੱਲ ਸੁਣਨ ਲਈ ਬਹਿ ਜਾਂਦਾ ਹੈ, ਲੇਕਿਨ ਪਿੰਡ ਵਿੱਚ ਇਹਨਾਂ ਨੂੰ ਹਰ ਬੰਦਾ ਸਕਾਲਰ ਸਮਝਦਾ ਹੈ। ਸਾਰਿਆਂ ਵਿੱਚ ਬਹਿ ਕੇ ਇੰਝ ਗੱਲਾਂ ਬਣਾਉਂਦੇ ਨੇ ਜਿਵੇਂ ਮੁਲਕ ਦਾ ਹਰ ਫੈਸਲਾ ਇਹਨਾਂ ਕੋਲੋਂ ਪੁੱਛ ਕੇ ਹੁੰਦਾ ਹੈ। ਮੇਰੇ ਪਿਓ ਨੂੰ ਉਂਝ ਵੀ ਗੱਲਾਂ ਕਰਨ ਦਾ ਚਸਕਾ ਸੀ। ਸਰਕਾਰੀ ਦਫ਼ਤਰ ਵਿੱਚ ਕੰਮ ਤੇ ਲੱਭ ਕੇ ਕਰਨਾ ਪੈਂਦਾ ਹੈ, ਲੇਕਿਨ ਗੱਲਾਂ ਕਰਨ ਲਈ ਤੁਹਾਨੂੰ ਹਰ ਵੇਲੇ ਕੋਈ ਨਾ ਕੋਈ ਲੱਭ ਜਾਂਦਾ ਹੈ। ਅੱਬਾ ਜੀ ਮਹਿਕਮਾ ਜ਼ਰਾਤ ਵਿੱਚ ਅਫਸਰ ਸਨ ਤੇ ਪਾਕਿਸਤਾਨ ਵਰਗੇ ਜ਼ਰਈ ਮੁਲਕ ਵਿੱਚ ਮਹਿਕਮਾ ਜ਼ਰਾਤ ਦੇ ਕਰਨ ਵਾਲਾ ਜ਼ਿਆਦਾ ਕੰਮ ਨਹੀਂ ਹੁੰਦਾ। ਲੋਕੀ ਗੰਦਮ, ਨਰਮਾ, ਗੰਨਾ ਲਾ ਦਿੰਦੇ ਨੇ, ਫਸਲਾਂ ਪੱਕ ਜਾਂਦੀਆਂ ਨੇ, ਲੋਕੀ ਖਾ ਪੀ ਲੈਂਦੇ ਨੇ ਤੇ ਅੱਬਾ ਜੀ ਦਫ਼ਤਰੋਂ 3 ਵਜੇ ਘਰ ਆ ਜਾਂਦੇ ਨੇ। 3 ਵਜੇ ਤੋਂ 12 ਵਜੇ ਤੱਕ ਅੱਬਾ ਜੀ ਦੁਨੀਆ ਜਹਾਨ ਦੀਆਂ ਖਬਰਾਂ ਵੇਖਦੇ ਨੇ ਤੇ ਖਾਣੇ ਵਿੱਚ ਕੀੜੇ ਪਾਉਂਦੇ ਨੇ। ਹੁਣ ਜੇ ਉਹ ਬਾਬੇ ਦੇ ਮਰਨ ਤੇ ਪਿੰਡ ਨਾ ਜਾਂਦਾ ਤੇ ਸਾਰੇ ਮਹੀਨੇ ਦੀਆਂ ਖਬਰਾਂ ਉਹਨੇ ਕਿਹਨੂੰ ਦੱਸਣੀਆਂ ਸਨ। ਹੁਣ ਸਾਰਿਆਂ ਨਾਲ ਤੇ ਲੜ ਬੈਠਾ ਸੀ। ਉਹਨੂੰ ਸਮਝ ਨਾ ਆਵੇ ਕਿ ਕਿਸ ਨੂੰ ਮੇਰੀ ਮਾਂ ਕੋਲ ਗੱਲ ਕਰਨ ਦੀ ਗੱਲ ਹੈ। ਘਰ ਵਿੱਚ ਨਿੱਕੇ ਨਿਆਣੇ ਦੀ ਉਨੀ ਕੀ ਔਕਾਤ ਹੁੰਦੀ ਹੈ ਜਿੰਨੀ ਪਾਕਿਸਤਾਨ ਵਿੱਚ ਵਜ਼ੀਰ ਆਜ਼ਮ ਦੀ। ਮੇਰੇ ਪਿਓ ਮੈਨੂੰ ਟੀਵੀ ਵਾਲੇ ਕਮਰੇ ਵਿੱਚ ਸੱਦਿਆ ਤੇ ਮੈਨੂੰ ਮੇਰੀ ਮਾਂ ਕੋਲ ਇੰਝ ਭੇਜ ਦਿੱਤਾ ਜਿਵੇਂ ਮਾੜੇ ਮੁਲਕ ਆਪਣੇ ਸਫੀਰਾਂ ਨੂੰ ਅਮਰੀਕਾ ਅੱਗੇ ਇਤਜਾਜ ਕਰਨ ਟੋਰ ਦਿੰਦੇ ਨੇ। ਮੇਰੀ ਮਾਂ ਮੈਨੂੰ ਵੇਖਦਿਆਂ ਹੀ ਸਮਝ ਗਈ ਕਿ ਮੇਰਾ ਪਿਓ ਹਥਿਆਰ ਸੁੱਟ ਬੈਠਾ ਹੈ ਤੇ ਕੋਈ ਵੀ ਮਾਰਕਾ ਜਿੱਤਣ ਵਾਲੇ ਵਿੱਚ ਆਕੜ ਆ ਹੀ ਜਾਂਦੀ ਹੈ। ਤੇ ਉਸ ਵੀ ਮੇਰੇ ਅੱਬੇ ਵਾਲੇ ਕਮਰੇ ਨੂੰ ਮੂੰਹ ਕਰਕੇ ਉੱਚੀ ਆਵਾਜ਼ ਵਿੱਚ ਕਿਹਾ ਕਿ ਜਦੋਂ ਮੇਰਾ ਇਹਦੇ ਨਾਲ ਵਿਆਹ ਹੋਇਆ ਸੀ ਇਹਦੇ ਕੋਲ ਇੱਕ 2 ਟਾਇਰਾਂ ਵਾਲੀ ਸਾਈਕਲ ਵੀ ਨਹੀਂ ਸੀ ਤੇ ਅੱਜ ਰੋਂਦਾ ਹੈ ਗੱਡੀਆਂ ਨੂੰ। ਮੇਰੇ ਅੱਬੇ ਅੱਗੋਂ ਕੋਈ ਮੋੜਾ ਨਾ ਦਿੱਤਾ ਤੇ ਟੀਵੀ ਦੀ ਆਵਾਜ਼ ਵਧਾ ਕੇ 9 ਵਜੇ ਦੀਆਂ ਬਾਸੀ ਖਬਰਾਂ ਦੂਜੀ ਵਾਰੀ ਉਸੇ ਸ਼ੌਂਕ ਨਾਲ ਸੁਣਦਾ ਰਿਹਾ। ਮੇਰੀ ਮਾਂ ਨੂੰ ਆਪਣੇ ਟੱਬਰ ਦੀ ਬਿਸਤੀ ਦਾ ਵੱਟ ਤੇ ਸੀ, ਪਰ ਵਿੱਚੋਂ ਉਹਨੂੰ ਇਹ ਡਰ ਵੀ ਸੀ
ਕਿ ਜੇ ਮੇਰਾ ਅੱਬਾ ਜਨਾਜ਼ੇ ਤੇ ਨਾ ਅਪੜਿਆ ਤੇ ਪੂਰੇ ਪਿੰਡ ਵਿੱਚ ਭੰਡੀ ਪੈ ਜਾਣੀ ਹੈ ਕਿ ਨੰਬਰਦਾਰ ਨੇ ਇੱਕ ਮੁੰਡੇ ਦਾ ਵਿਆਹ ਗੈਰਾਂ ਵਿੱਚ ਕੀਤਾ ਤੇ ਉਹ ਖੁਸ਼ੀ ਗਮੀ ਤੋਂ ਵੀ ਗਿਆ। ਮੇਰੀ ਮਾਂ ਚੁੱਪ ਚਪੀਤੀ ਕੱਪੜੇ ਬੰਨ੍ਹਦੀ ਰਹੀ ਜਦੋਂ ਮੇਰਾ ਪਿਓ ਟੀਵੀ ਵੱਲ ਮੂੰਹ ਕਰਕੇ ਸੁਜ਼ੂਕੀ ਕੰਪਨੀ, ਮੇਰੇ ਨਾਨਕੇ, ਮੇਰੇ ਮਸੇਰ, ਮਰਨ ਵਾਲਾ ਬਾਬਾ ਗੁਲਾਮ ਰਸੂਲ ਤੇ ਜਿਹੜਾ ਕੋਈ ਵੀ ਟੀਵੀ ਵਾਲੇ ਕਮਰੇ ਵਿੱਚੋਂ ਲੰਘਦਾ ਸੀ ਉਹਨੂੰ ਗਾਲਾਂ ਕੱਢ ਕੇ ਆਪਣਾ ਦਿਲ ਹੌਲਾ ਕਰ ਰਿਹਾ ਸੀ। ਜੇ ਜਾਣਾ ਹੈ ਤੇ ਉੱਠੇ ਇਸ ਮਾਂ ਦੇ ਅੱਗੋਂ ਤੇ ਕੱਪੜੇ ਪਾਵੇ, ਅੱਧੀ ਰਾਤ ਨੂੰ ਕੋਈ ਵੱਸ ਵੀ ਨਹੀਂ ਲੱਭਣੀ। ਮੇਰੇ ਅੱਬੇ ਦੀ ਆਕੜ ਉਹਨਾਂ ਚਿੜੀ ਸੀ ਜਿੰਨਾ ਚਿਰ ਸਾਡੀ ਹਕੂਮਤ IMF ਤੋਂ ਬਗੈਰ ਰਹਿੰਦੀ ਹੈ। ਜਦੋਂ ਇਹ ਬੱਸ ਅੱਡੇ ਲਈ ਘਰੋਂ ਬਾਹਰ ਨਿਕਲੇ ਤੇ ਮੇਰੇ ਅੱਬੇ ਨੇ ਖਲੋ ਕੇ ਸਾਡੀ ਮਹਿਰਾਨ ਨੂੰ ਵੇਖਿਆ ਤੇ ਉਹਨੂੰ ਲੱਗਿਆ ਜਿਵੇਂ ਉਹਦੇ ਸਾਰੇ ਦੁੱਖ ਐਸੇ ਗੱਡੀ ਤੋਂ ਜੁੜੇ ਨੇ। ਉਹਨੇ ਆਪਣੀ ਇੱਕ ਲੱਤ ਚੁੱਕੀ ਤੇ ਜ਼ੋਰ ਨਾਲ ਗੱਡੀ ਦੇ ਸੱਜੇ ਬੂਹੇ ਨੂੰ ਠੁੱਡਾ ਮਾਰਿਆ ਤੇ ਉੱਥੋਂ ਗੱਡੀ ਦੀ ਬਾਡੀ ਇੰਜ ਅੰਦਰ ਵੜ ਗਈ ਜਿਵੇਂ ਗਰੀਬ ਦਾ ਬਾਲ ਪਾਲੇ ਵਿੱਚ ਜੰਮ ਜਾਂਦਾ। ਮੇਰਾ ਅੱਬਾ ਆਪਣਾ ਗੁੱਸਾ ਕਿਸੇ ਵੀ ਸ਼ੈ ਤੇ ਕੱਢ ਲੈਂਦਾ ਹੈ। ਇੱਕ ਵਾਰੀ ਮੇਰੀ ਮਾਂ ਉਹਨੂੰ ਆਖਿਆ ਕਿ ਦੁੱਧ ਵਾਲਾ ਭਾਂਡਾ ਗਵਾਂਢੀਆਂ ਵੱਲ ਦੇ ਆਵੇ ਕਿ ਅਸੀਂ ਅੱਜ ਘਰ ਨਹੀਂ ਹੋਣਾ। ਉਹ ਵਿਚਾਰਾ 10 ਮਿੰਟ ਬੋਰਚੀ ਖਾਨੇ 'ਚ ਟੱਕਰਾਂ ਮਾਰਦਾ ਰਿਹਾ ਪਰ ਉਹਨੂੰ ਭਾਂਡਾ ਨਾ ਲੱਭਿਆ। ਜਦੋਂ ਮੇਰੀ ਮਾਂ ਲੱਭਣ ਗਈ ਤੇ ਭਾਂਡਾ ਸਾਹਮਣੇ ਚੁੱਲ੍ਹੇ ਕੋਲ ਪਿਆ ਹੋਇਆ ਸੀ। ਮੇਰੇ ਅੱਬੇ ਰਗੜ ਕੇ ਭਾਂਡੇ ਨੂੰ ਚਾਰ ਲਾਂਤਾਂ ਪਾਈਆਂ ਜਿਵੇਂ ਉਹ ਵਿਚਾਰਾ ਜਾਣ ਕੇ ਕਿਧਰੇ ਲੁਕ ਗਿਆ ਸੀ। ਮੇਰਾ ਮਸੇਰ ਉਹਨਾਂ ਨੂੰ ਆਪਣੀ ਕਲਟਸ ਵਿੱਚ ਬੱਸ ਅੱਡੇ ਛੱਡ ਆਇਆ। ਮੇਰਾ ਪਿਓ ਬੜਾ ਗੁੱਸੇ ਵਾਲਾ ਹੈ, ਖੁਆਰੇ ਉਸ ਦਿਨ ਕਿਵੇਂ ਪੀ ਗਿਆ। ਅੱਛਾ, ਥੈਂਕ ਯੂ ਫॉर दैट ਰੀਡਿੰਗ। ਬੜਾ ਮਜ਼ਾ ਆਇਆ। ਇਹਨੂੰ ਕਹਿੰਦੇ ਨੇ ਘਰ ਘਰ ਦੀ ਕਹਾਣੀ ਹੈ। ਉਹਦੇ 'ਚ ਕੁਛ ਆਬਜ਼ਰਵੇਸ਼ਨਾਂ ਬੜੀਆਂ ਜ਼ਬਰਦਸਤ ਨੇ। ਉਹ ਇੱਕ ਇਹ ਹੈ ਕਿ ਸ਼ਹਿਰ ਲੱਭਣ ਜਾਓ ਤੇ ਖਾਸ ਕਿਸਮ ਦੇ ਬੰਦੇ ਨੂੰ ਜਾਂ ਮਰਦ ਨੂੰ ਜਾਂ ਉਹਨੂੰ ਸਾਹਮਣੇ ਬਿਲਕੁਲ ਪਈ ਹੁੰਦੀ ਹੈ। ਤੁਸੀਂ ਪੂਰਾ ਕਮਰਾ ਛਾਣ ਮਾਰੋਗੇ ਤੇ ਉਹ ਸ਼ਾਇਦ ਤੁਹਾਨੂੰ ਨਜ਼ਰ ਨਹੀਂ ਆਉਂਦੀ ਤੇ ਦੂਸਰਾ ਬੰਦਾ ਕੋ ਆਏਗਾ ਕਹੇਗਾ ਕਿ ਹੈ ਤੁਹਾਡੇ ਸਾਹਮਣੇ ਪਈ ਹੈ। ਕਾਫੀ ਲੋਕਾਂ ਦੇ ਨਾਲ ਮਸਲਾ ਹੁੰਦਾ ਤੇ ਵੈਰੀ ਵੈਲ ਅਬਜ਼ਰਵ। ਦੂਸਰੀ ਗੱਲ ਜਿਹੜੀ ਮੈਨੂੰ ਬਹੁਤ ਉਹਦੇ 'ਚ ਮਜ਼ੇਦਾਰ ਲੱਗੀ ਹੈ, ਇਹ ਜਿਹੜੇ ਲੋਕ ਸ਼ਹਿਰੀ ਰਹਿੰਦੇ ਨੇ ਉਹ ਸ਼ਾਦੀਆਂ ਵਿਆਹਾਂ ਤੇ ਜਾਂ ਈਦ ਸ਼ਬਰਾਤ ਤੇ ਪਿੰਡ ਜਾਂਦੇ ਨੇ ਤੇ ਉਹ ਕੀ ਸਮਝਦੇ ਨੇ ਆਪਣੇ ਆਪ ਨੂੰ, ਔਰ ਪਿੰਡ ਵਾਲੇ ਉਹਨਾਂ ਨੂੰ ਕੀ ਸਮਝਦੇ ਨੇ। ਜਿਹੜਾ ਅਗਰ ਤੁਹਾਡੇ ਚੋਂ ਕਿਸੇ ਨੂੰ ਇਸ ਤਰ੍ਹਾਂ ਦੇ ਹੈ ਨੇ ਆਪਣਾ ਕਿਸੇ ਦਾ ਹੈ ਪਿੰਡ 'ਚ ਰਿਸ਼ਤੇਦਾਰ ਨੇ ਜਾਂ ਮਾਪੇ ਜਾਂ ਭੈਣ ਪਿਓ ਨੇ ਤੇ ਉਹ ਜਾਂਦੇ ਹੋ ਤੇ ਉਹਨਾਂ ਦਾ ਜਿਹੜਾ ਇੰਟਰੈਕਸ਼ਨ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਕਿ ਉੱਥੇ ਜਾ ਕੇ ਬੰਦਾ ਫੌਰਨ ਇੱਕਦਮ ਇੱਥੋਂ ਖਬਰਾਂ ਵੇਖਦਾ ਜਾ ਕੇ ਉੱਥੇ ਜਾ ਕੇ ਉਹ ਆਲਮ ਬਣ ਜਾਂਦਾ। ਤੇ ਬੜੀ ਮਜ਼ੇਦਾਰ ਔਰ ਤੁਸੀਂ ਆਪਣਾ ਲਿਖੀ। ਇੱਕ ਮੈਂ ਸਿਰਫ ਚੂੰਕਿ ਮੈਂ ਉਸਤਾਦ ਹਾਂ, ਮੇਰਾ ਕੰਮ ਹੈ ਜਿਵੇਂ ਅੱਬਾ ਜੀ ਕੀੜੇ ਪਾਈ ਦੇ ਨਹੀਂ ਕੀੜੇ ਕੱਢੀ ਦੇ ਨੇ। ਉਹ ਮੈਂ ਖਿਆਲ ਖਾਣੇ 'ਚ ਕੀੜੇ ਕੱਢੀ ਦੇ ਨੇ। ਮੇਰਾ ਖਿਆਲ ਉਰਦੂ ਅੰਗਰੇਜ਼ੀ 'ਚ ਕੋਈ ਉਰਦੂ ਪੰਜਾਬੀ 'ਚ ਕੋਈ ਚੀਜ਼ ਮੈਂ ਵੀ ਕਿਉਂਕਿ ਕੀੜਾ ਕੋ ਕੱਢਣਾ ਇਹਦੇ 'ਚ ਤੇ ਇਹਦੇ 'ਚ ਇੱਕ ਤੁਸੀਂ ਤਰੀਕਾ ਇਸਤੇਮਾਲ ਕੀਤਾ ਜਿਹਨੂੰ ਉਰਦੂ 'ਚ ਕਹਿੰਦੇ ਹੁੰਦੇ ਸਨ ਤਸ਼ਬੀਹਾਤ। ਮੇਰਾ ਖਿਆਲ ਹੈ ਆਈ ਹੋਪ ਕਿ ਮੈਂ ਸਹੀ ਕਿ ਕਿਸੇ ਸ਼ਾਇਰ ਨੂੰ ਕਿਸੇ ਸ਼ਾਇਰ ਨਾਲ ਮਿਲਾਣਾ। ਉਹ ਸਾਨੂੰ ਉਰਦੂ ਸ਼ਾਇਰੀ ਪੜ੍ਹਾਉਂਦੇ ਹੁੰਦੇ ਸਨ ਕਿ ਵੀ ਇਹ ਜਿਹੜਾ ਹੈ ਮਹਿਬੂਬ ਦੇ ਵਾਲ ਸੱਪ ਵਰਗੇ ਨੇ, ਉਹਦੀਆਂ ਪਤਾ ਨਹੀਂ ਅੱਖਾਂ ਜਿਹੜੀਆਂ ਨੇ ਉਹ ਸਮੁੰਦਰ ਵਰਗੀਆਂ ਨੇ। ਉਹਨੂੰ ਕਹਿੰਦੇ ਹੁੰਦੇ ਸਨ ਤਸ਼ਬੀਹ ਕਿ ਔਰ ਬੜਾ ਮਜ਼ੇਦਾਰ ਤਰੀਕਾ ਹੈ ਕਿ ਤੁਸੀਂ ਇੱਕ ਸ਼ੈ ਵਿਖਾ ਕੇ ਫਿਰ ਦੂਸਰੀ ਸ਼ੈ ਦਾ ਜ਼ਿਕਰ ਕਰੋ ਤੇ ਉਹਦੇ ਨਾਲ ਇੱਕ ਤੁਸੀਂ ਗੱਲ ਭਰਵੀਂ ਵੀ ਹੋ ਜਾਂਦੀ ਹੈ ਤੇ ਬਾਜ਼ ਦਫਾ ਜਿਸ ਤਰ੍ਹਾਂ ਤੁਸੀਂ ਕੀਤਾ ਉਹਦੇ 'ਚ ਹਾਸਾ ਵੀ ਹੁੰਦਾ ਤੇ ਉਹਦਾ ਮੇਰਾ ਖਿਆਲ ਹੈ ਉਹਨੂੰ ਕਾਮਯਾਬ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਉਹਦਾ ਇਸਤੇਮਾਲ ਜਿਹੜਾ ਹੈ ਉਹ ਮਤਲਬ ਕੀਤਾ ਜਾਏ ਲੇਕਿਨ ਜ਼ਿਆਦਾ ਨਾ ਕੀਤਾ ਜਾਏ ਤਾਂ ਕਿ ਉਹ ਫਿਰ ਇਹ ਨਾ ਬਣ ਜਾਏ ਗੱਲ ਕਿ ਉਹ ਮੇਰਾ ਖਿਆਲ ਹੈ ਉਹ ਜਦੋਂ ਤੱਕ ਉਹ ਆ ਕੇ ਗੱਡੀ ਨੂੰ ਕਿੱਕ ਪੈਂਦੀ ਹੈ ਨਾ ਉਹ ਦਰਵਾਜ਼ਾ ਉਹਦਾ ਕੀ ਹੋ ਜਾਂਦਾ ਉਹਨੂੰ ਕਿ ਗਰੀਬ ਦੇ ਬਾਲ ਦੀ ਤਰ੍ਹਾਂ ਉਹ ਸੁੰਗੜ ਜਾਂਦਾ ਜਾਂ ਕੁਛ ਹੋ ਜਾਂਦਾ। ਮੈਂ ਉੱਥੋਂ ਤੱਕ ਮੈਨੂੰ ਲੱਗਿਆ ਕਿ ਹੁਣ ਇਹ ਥੋੜਾ ਜਿਹਾ ਕੰਮ ਥੱਕਣ ਲੱਗਾ ਹੈ। ਠੀਕ ਹੈ ਨਾ, ਕਿਉਂਕਿ ਉਸ ਤੋਂ ਪਹਿਲੇ ਬਹੁਤ ਨੇ ਕਿ ਇੱਥੇ ਬੱਚੇ ਦੀ ਇੰਜੀ ਹੁੰਦੀ ਹੈ ਜਿਵੇਂ ਵਜ਼ੀਰ ਆਜ਼ਮ ਦੀ ਹੁੰਦੀ ਹੈ, ਮੁਲਕ ਦੀ ਇੰਜੀ ਹੁੰਦੀ ਹੈ ਜਿਵੇਂ IMF ਦੀ ਹੁੰਦੀ ਹੈ। ਉਹ ਇੱਕ ਰਿਫ ਚੱਲ ਰਹੀ ਹੈ ਜਿਹੜੀ ਮਜ਼ੇਦਾਰ ਚੱਲ ਰਹੀ ਉਹਦਾ ਮਜ਼ਾ ਮੇਰਾ ਖਿਆਲ ਹੈ ਉਦੋਂ ਤੱਕ ਜ਼ਿਆਦਾ ਹੁੰਦਾ ਜਦੋਂ ਤੱਕ ਥੋੜਾ ਜਿਹਾ ਉਹਨੂੰ ਸਰਫੇ ਨਾਲ ਧਿਆਨ ਨਾਲ ਬਚਾ ਕੇ ਵਰਤਿਆ ਜਾਏ। ਵੈਸੇ ਮੈਨੂੰ ਬਹੁਤ ਮਜ਼ੇਦਾਰ ਲੱਗੀ ਔਰ ਮੈਂ ਫਲੋ ਵੀ ਹੈ ਉਹਦੇ 'ਚ, ਜ਼ੁਬਾਨ ਬੜੀ ਅੱਛੀ ਔਰ ਕਿਤੇ ਕੋਈ ਬੰਦਾ ਰੁਕਦਾ ਨਹੀਂ ਔਰ ਜਿਹੜੀ ਇਹ ਹਰ ਚੀਜ਼ ਤੁਹਾਨੂੰ ਫੈਮੀਲੀਅਰ ਲੱਗਦੀ ਹੈ ਸਟਾਰਟਿੰਗ ਵਿਦ
ਕਿ ਜੀ ਜਦੋਂ ਫੋਨ ਆਉਂਦਾ ਰਾਤ ਨੂੰ, ਸਾਨੂੰ ਵੀ ਇੰਝ ਹੀ ਮਤਲਬ ਹੁੰਦਾ ਕਿ ਜਦੋਂ ਇਸ ਵੇਲੇ ਫੋਨ ਆਉਂਦਾ ਕਿ ਬਈ ਕੋਈ ਗਿਆ। ਹੋਰ ਕੋਈ ਭਰਾ ਇਹਦੇ ਤੇ ਗੱਲ ਕਰਨਾ ਚਾਹੇਗਾ? ਨਹੀਂ ਸਭ ਮੈਂ ਥੋੜੀ ਜਿਹੀ ਗੱਲ ਕਰਾਂਗਾ ਜੀ ਜੀ। ਪਹਿਲੇ ਤੇ ਮੈਂ ਯਾਸਿਰ ਸਾਹਿਬ ਨੂੰ ਮੁਬਾਰਕਬਾਦ ਦਾਂਗਾ, ਜ਼ਬਰਦਸਤ ਕਹਾਣੀ ਲਿਖੀ ਹੈ। ਮੈਂ ਤੇ ਬਹੁਤ ਜਿਹੜਾ ਇੰਸਪਾਇਰ ਹੋਇਆ, ਔਰ ਮੈਂ ਸਮਝਦਾ ਜਿਹੜੀ ਤੁਹਾਡੀ ਕ੍ਰੀਏਟਿਵ ਕਲਾਸ ਹੈ ਉਹਦੇ ਵਿੱਚ ਇਹ ਇੱਕ ਸ਼ਾਨਦਾਰ ਵਾਕਿਆ ਹੈ। ਸ਼ਾਇਦ ਹੁਣ ਤੱਕ ਜਿਹੜੀ ਤੁਸੀਂ ਇੱਕ ਰਾਈਟਰ ਜਿਹੜਾ ਜੰਮ ਦਿੱਤਾ। ਮੈਂ ਪਤਾ ਨਹੀਂ ਇਹਨਾਂ ਨੇ ਪਹਿਲੀ ਕਹਾਣੀ ਲਿਖੀ ਹੈ ਉਹਦੀ ਮਾਂ ਕਿ ਦੂਸਰੀ ਲਿਖੀ, ਲੇਕਿਨ ਹੈ ਕਿ ਯਾਸਿਰ ਸਾਹਿਬ ਮੈਂ ਰਸਾਲਾ ਵੀ ਕਰਨਾ ਵਾ, ਇੱਕ ਨੀਰ ਸਾਹਿਬ ਦੇ ਨਾਲਚ ਹੈ, ਉਹ ਵੀ ਉਹਨਾਂ ਨੂੰ ਅਸੀਂ ਭੇਜਨੇ, ਉਹ ਪੜ੍ਹਦੇ ਵੀ ਨੇ। ਕੋਈ ਅੱਛੀ ਜਿਹੀ ਹੋਰ ਕਹਾਣੀ ਲਿਖੋ ਤੇ ਅਸੀਂ ਛਾਪਾਂਗੇ। ਹੈਗਾ ਤਾਂ ਜਿਹੜਾ ਇੱਥੇ ਲਾਹੌਰ ਚ ਪੰਜਾਬੀ ਅਦਬੀ ਸੰਗਤ ਵਾਲੇ ਹੈ ਨੇ, ਉੱਥੇ ਵੀ ਮੈਂ ਤੁਹਾਨੂੰ ਇਨਵਾਈਟ ਕਰਾਂਗਾ, ਤੁਸੀਂ ਆਣਾ, ਕਹਾਣੀ ਪੜ੍ਹਨਾ। ਮੈਨੂੰ ਤੇ ਬੜਾ ਮਜ਼ਾ ਆਇਆ। ਜਿਹੜਾ ਮੈਂ ਸਮਝਦਾ ਜਿਹੜਾ ਬੇਸਿਕ ਟੈਲੈਂਟ ਹੈਗਾ ਕਹਾਣੀ ਲਿਖਣ ਦਾ, ਉਹ ਤੁਹਾਡੇ ਵਿੱਚ ਮੌਜੂਦ ਹੈ, ਔਰ ਇਹਨੂੰ ਸਾਂਭਣਾ, ਇਹਨੂੰ ਡਿਵੈਲਪ ਕਰਨਾ। ਔਰ ਸਭ ਤੋਂ ਜ਼ਿਆਦਾ ਖੁਸ਼ੀ ਹੈ ਇੱਕ ਮੁੰਡਾ ਲਾਮਸ ਦਾ ਹੈਗਾ, ਔਰ ਪੰਜਾਬੀ ਦੀ ਉਹ ਇੰਨੀ ਜਿਹੜੀ ਉਹਦੇ ਦੀ ਸ਼ੌਕ ਨਾਲ ਉਹਨੇ ਜਿਸ ਤਰ੍ਹਾਂ ਕਹਾਣੀ ਬਣਾਈ ਹੈ, ਲਿਖੀ ਹੈ। ਔਰ ਪਹਿਲੀ ਗੱਲ ਜਿਹੜੀ ਹਨੀਫ ਸਾਹਿਬ ਨੇ ਕੀਤੀ ਸੀ, ਉਹ ਤੁਸੀਂ ਕਨਫਰਮ ਕਰ ਦਿੱਤੀ ਕਿ ਘਰ ਵਿੱਚੋਂ ਜਿਹੜੀ ਕਹਾਣੀ ਜੰਮਦੀ ਹੈ। ਮੈਂ ਖੁਦ ਬੜੀਆਂ ਕਹਾਣੀਆਂ ਲਿਖੀਆਂ ਨੇ, ਆਪਣੀ ਮਾਂ ਦੀਆਂ, ਆਪਣੇ ਪਿਓ ਦੀਆਂ, ਆਪਣੇ ਰਿਸ਼ਤੇਦਾਰਾਂ ਦੀਆਂ, ਆਪਣੇ ਮਹੱਲੇ ਦੀਆਂ, ਪਰਸਨਲ। ਔਰ ਵਾਕਈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਉਹਦੇ ਵਿੱਚ ਮਟੀਰੀਅਲ ਹੁੰਦਾ ਹੈ, ਲੇਕਿਨ ਉਹਨੂੰ ਫਿਕਸ਼ਨ ਬਣਾਉਣਾ ਬਹਰਹਾਲ ਇੱਕ ਕਮਾਲ ਹੈ। ਸਿਮਲੀਜ਼ ਜਿਹੜੀਆਂ ਤੁਸੀਂ ਦਿੱਤੀਆਂ ਨੇ, ਹਨੀਫ ਸਾਹਿਬ ਨੇ ਵੀ ਕੀਤੀ ਉਹਦੀ ਗੱਲ, ਤਸ਼ਬੀਹਾਤ ਦੀ, ਉਹ ਪੋਲੀਟੀਕਲ ਨੇ ਬਹੁਤ ਜ਼ਿਆਦਾ, ਲੇਕਿਨ ਬੜੀਆਂ ਮਜ਼ੇਦਾਰ ਨੇ। ਔਰ ਉਹਦੇ ਨਾਲ ਤੁਹਾਡੀ ਜਿਹੜੀ ਆਪਣੀ ਇੱਕ ਪੋਲੀਟੀਕਲ ਜਿਹੜਾ ਤੁਹਾਡਾ ਕੌਨਸ਼ੀਅਸਨੈਸ ਹੈ, ਅਵੇਅਰਨੈਸ ਹੈ, ਉਹਦਾ ਵੀ ਬੜਾ ਮਜ਼ਾ ਆਉਂਦਾ ਹੈ। ਤੇ ਮੈਂ ਤਾਂ ਤੁਹਾਨੂੰ ਕਹਾਂਗਾ ਕਿ ਪਲੀਜ਼ ਕੰਟੀਨਿਊ ਔਰ ਲਿਖੋ, ਹੋਰ ਲਿਖੋ, ਜਮ ਲਿਖੋ। ਠੀਕ, ਵੈਰੀ ਨਾਈਸ। ਹੋਰ ਕੋਈ? ਜੀ ਮੈਂ ਗੱਲ ਕਰ ਲਵਾਂ ਜੀ? ਜੀ ਜਨਾਬ। ਜੀ ਇਹ ਜੀ ਯਾਸਿਰ ਸਾਹਿਬ ਦੀ ਕਹਾਣੀ ਹੈ, ਮੈਂ ਇਹਨੂੰ ਪੜ੍ਹਿਆ ਤੇ ਬੜਾ ਮੈਨੂੰ ਵੀ ਮਜ਼ਾ ਆਇਆ ਹੈ। ਔਰ ਇਹਨਾਂ ਦੀ ਕਹਾਣੀ ਦਾ ਜਿਹੜਾ ਆਰਟ ਹੈ ਉਹ ਵਾਕਤਨ ਮੁਤਾਸਰ ਕੌਣ ਸੀ ਕਿ ਬੜੀ ਇਹਨਾਂ ਦੀ ਗ੍ਰਿਪ ਸੀ ਕਹਾਣੀ ਤੇ ਬੜਾ ਫਲੋ ਸੀ। ਔਰ ਇਹਨਾਂ ਨੇ ਬੜੀ ਇੱਕ ਅੱਛੀ ਆਈਡੀਆ ਵੀ ਬੜਾ ਅੱਛਾ ਪਕੜਿਆ। ਔਰ ਮੈਂ ਜਿਉਂ ਦਾ ਕੋਵਿਡ ਆਇਆ, ਮੈਂ ਇੱਥੇ ਉਕਾੜੇ ਆਇਆ ਹੋਇਆ ਗਾਉਂ ਰਹਿਣਾ, ਤੇ ਇਹ ਬਿਲਕੁਲ ਦਿਹਾਤ ਦੀ ਔਰ ਸਾਡਾ ਜਿਹੜਾ ਜੰਗਲੀ ਜੀਵਨ ਹੈ ਉਹਦੇ 'ਚ ਬਿਲਕੁਲ ਇਹ ਮਸਲਾ ਹੈ ਕਿ ਅਗਰ ਨਾ ਜਾਓ ਔਰ ਇਹ ਸਾਰੀ ਚੀਜ਼ਾਂ ਤੇ ਇਹ ਯਾਸਿਰ ਸਾਹਿਬ ਸੈਂਟਰਲ ਆਬਜੈਕਟ ਜਿਹੜਾ ਹੈ ਉਹ ਵੀ ਉਹਦੇ ਬਾਰੇ ਚ ਵੀ ਲੋਕ ਘੱਟ ਲਿਖਦੇ ਨੇ। ਮਤਲਬ ਆਉਂਦਾ ਅਨਵਰ ਅਲੀ ਸਾਹਿਬ ਦੀ ਕਹਾਣੀ ਇੱਕ ਹੁੰਦਾ, ਉਹ ਹੁੰਦਾ ਕਲਾਸ, ਠੀਕ ਹੈ ਨਾ। ਤੇ ਗੱਡੀ ਕੀ ਹੈ, ਬੰਦਾ ਜਿਹੜਾ ਹੈ ਉਹ ਪਿੰਡ ਚ ਉਹਨੂੰ ਸਮਝਦੇ ਨੇ ਕਿ ਉਹਦੇ ਕੋਲ ਗੱਡੀ ਹੈ, ਉਹ ਹੁਣ ਬਗੈਰ ਗੱਡੀਓਂ ਪਿੰਡ ਜਾਏਗਾ। ਤੇ ਉਹਦੇ ਚ ਉਹ ਜਿਹੜਾ ਉਹ ਸੈਂਟਰਲ ਆਈਡੀਆ ਹੈ ਉਹ ਕਾਫੀ ਮਤਲਬ ਇਹਨਾਂ ਨੇ ਇੱਕ ਉਹਦੇ ਚ ਲਾਈਟ ਮੂਡ ਚ ਲਿਖਿਆ ਹੈ, ਲੇਕਿਨ ਉਹ ਅੱਬਾ ਜੀ ਦਾ ਜਿਹੜਾ ਮਸਲਾ ਹੈ ਅੰਦਰੋਂ, ਉਹ ਮੈਂ ਉਹਨਾਂ ਦਾ ਦੁਖਾਂਤ ਸਮਝ ਸਕਦਾ ਕਿ ਬਈ ਇੱਕ ਗੱਡੀ ਹੈ, ਰੈਪੂਟੇਸ਼ਨ ਹੈ, ਸ਼ਹਿਰ ਆ ਕੇ ਜ਼ਿੰਦਗੀ ਬਣਾਈ ਹੈ, ਤੇ ਹੁਣ ਵਾਪਸ ਜਾ ਕੇ ਮਤਲਬ ਬੱਸ ਤੋਂ ਉਤਰ ਕੇ ਬੰਦਾ ਜਾਏਗਾ ਤੇ ਉਹ ਕਹਿਣਗੇ ਤੇ ਫਾਰਗ ਹੋ ਗਿਆ। ਉਹ ਕਲਾਸ, ਹਾਂ ਕਲਾਸ ਜਿਹੜੀ ਹੈ ਉਹ ਮਤਲਬ ਉਹ ਕਿਤੇ ਵੀ ਹੋਵੇ, ਪਿੰਡ ਸ਼ਹਿਰ ਚ ਫੈਮਿਲੀ ਚ, ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਔਰ ਮੇਰਾ ਖਿਆਲ ਉਹ ਗੱਡੀ ਜਿਹੜਾ ਉਹਦਾ ਬਿਲਕੁਲ ਸਿੱਧਾ ਜਿਹਾ। ਯਾਸਿਰ ਸਾਹਿਬ ਤੋਂ ਬਸ ਮੈਂ ਇੱਕ ਸਵਾਲ ਕਰਨਾ ਚਾਹਾਂਗਾ। ਯਾਸਿਰ ਸਾਹਿਬ ਇਹ ਤੁਸੀਂ ਜ਼ਾਤੀ ਤੌਰ ਤੇ ਮਤਲਬ ਤੁਹਾਡੇ ਨਾਲ ਹੋ ਚੁੱਕਿਆ ਹੈ ਵਾਕਿਆ, ਆਪ ਬੀਤੀ ਹੈ ਜਾਂ ਤੁਸੀਂ ਕਹਾਣੀ ਬਣਾਈ ਹੈ? ਇਹ ਗੱਲ ਸੁਣੋ, ਕਿਉਂਕਿ ਇਹਦਾ ਜਵਾਬ ਮੈਂ ਦੇਣਾ। ਇਹ ਸਵਾਲ ਜਿਹੜਾ ਨਾ, ਇਹ ਇੱਕ ਤੇ ਪੁੱਛਣਾ ਨਹੀਂ ਚਾਹੀਦਾ, ਦੂਸਰਾ ਇਹਦਾ ਕੋਈ ਜਵਾਬ ਸਹੀ ਹੈ ਗਲਤ ਹੁੰਦਾ ਨਹੀਂ, ਠੀਕ ਹੈ ਨਾ। ਇਹ ਹੋਈ ਹੈ ਨਹੀਂ ਹੋਈ, ਜੇ ਹੋਈ ਹੈ ਤੇ ਬੁਰਾ ਹੋਇਆ, ਜੇ ਨਹੀਂ ਹੋਈ ਤੇ ਮਤਲਬ ਬਹੁਤ ਚੰਗਾ ਹੋਇਆ। ਤੇ ਮਤਲਬ ਇਹ ਹੈ ਕਿ ਤੁਸੀਂ ਜ਼ਿੰਦਗੀ 'ਚ ਕੁਛ ਹੈ ਵੇਖੀ ਹੈ, ਤੇ ਉਹ ਹਰ ਬੰਦੇ ਨੇ ਵੇਖੀ ਹੋਈ। ਮੈਂ ਕਹਿ ਰਿਹਾ ਕਿ ਮੈਂ ਵੀ ਵੇਖੀ ਹੈ ਆਪਣੇ ਘਰ, ਹਰ ਬੰਦੇ ਦੇ ਘਰ ਕਿਸੇ ਨਾ ਕਿਸੇ ਹੁੰਦਾ। ਕੋਈ ਮੈਂ ਨਹੀਂ ਜਾਣਦਾ ਕਿਸੇ ਬੰਦੇ ਨੂੰ ਜਿਹੜਾ ਕਮਰੇ 'ਚ ਵੜਿਆ ਹੋਵੇ, ਸਾਹਮਣੇ ਸ਼ੈ ਪਈ ਹੋਵੇ
ਕਿ ਚੁੱਕ ਕੇ ਲੈ ਆਓ ਔਰ ਉਹਨੂੰ ਜਿਹੜੀ ਹੈ ਨਜ਼ਰ ਨਾ ਆਈ ਹੋਵੇ, ਬਾਕੀ ਹਰ ਇੱਕ ਨੇ ਵੇਖ ਲਈ ਹੋਵੇ ਸਾਹਮਣੇ ਪਈ। ਇਹ ਇੱਕ ਤਰ੍ਹਾਂ ਦੇ ਯੂਨੀਵਰਸਲ ਐਕਸਪੀਰੀਐਂਸਸ ਨੇ। ਯੂਨੀਵਰਸਲ ਬਿਲਕੁਲ ਯਾਰ, ਰਾਤ ਦੇ ਟਾਈਮ ਫੋਨ ਆਣਾ। ਇੱਕ ਦਿਨ ਮੈਨੂੰ ਰਾਤੀ 4 ਵਜੇ ਇੱਕ ਬੰਦਾ ਫੋਨ ਆ ਗਿਆ, ਮੈਂ ਉਜੜ ਗਿਆ। ਮੈਂ ਕੀ ਹੋ ਕਹਿੰਦਾ ਮੇਰਾ ਭਰਾ ਮਰ ਗਿਆ। ਮੈਂ ਕਿਹਾ ਰਾਤ ਦੇ 4 ਵਜੇ ਨੇ ਭਾਈ, ਸੈਂ ਜਾ, ਮੈਂ ਕੀ ਕਰਾਂ, ਮਰ ਗਿਆ ਤਾਂ। ਇਹ ਲੋਕ ਇਸ ਤਰ੍ਹਾਂ ਕਰਦੇ ਨੇ। ਅੱਲਾ 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 ਤੇਰੇ ਅੱਲਾ ਤੁਹਾਡੇ ਦਿਲ ਚ ਰਹਿਮ ਪਾਵੇ, ਇੰਜ ਨਹੀਂ ਕਰੀਦਾ ਕਿਸੇ ਤਰ੍ਹਾਂ। ਆਫਤਾਬ ਸਾਹਿਬ ਚਲੋ ਨਹੀਂ ਅੱਗੇ ਟੁਰੀਏ ਟਾਈਮ ਜੀ। ਫਰੀਦ ਸਾਹਿਬ ਤੁਸੀਂ ਕਹਿਣਾ ਚਾਹ ਰਹੇ? ਲਾਈਫ ਸਟੋਰੀ ਨਾ ਵੀ ਹੋਵੇ ਤੇ ਜਿਸ ਤਰ੍ਹਾਂ ਸਾਡੇ ਹਰ ਕਲਚਰ, ਸਾਡੇ ਕਲਚਰ ਚ ਤੇ ਆਮ ਕਹਾਣੀ ਹੈ ਨਾ, ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਉਹਨੂੰ ਨਮਾਇਆ ਕੀਤਾ ਕਿ ਬਈ ਜਿਹੜਾ ਸੋਹਰੇ ਨੇ ਜਿਹੜੇ ਉਹਨਾਂ ਦਾ ਕੰਮ ਹੈ ਗੱਡੀ ਦੇਣਾ, ਜੇ ਨਹੀਂ ਦਿੱਤਾ ਤੇ ਇਟਸ ਅ ਕ੍ਰਾਈਮ। ਨਹੀਂ ਹਾਂ ਬਿਲਕੁਲ ਹਾਂ। It's very 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 well observed and very well told। ਸੋਹਣੀ ਕਹਾਣੀ ਸੀ, ਸਾਰਿਆਂ ਨੂੰ ਪੜ੍ਹ ਕੇ ਮਜ਼ਾ ਆਇਆ। ਤੇ ਲਿਖਦੇ ਰਹੋ ਜ਼ੁਬੈਰ ਸਾਹਿਬ, ਜਿਸ ਤਰ੍ਹਾਂ ਜਾਓਗੇ ਨਾ ਕੋਲ, ਸ਼ਾਇਦ ਤੁਹਾਨੂੰ ਮੂੰਗਫਲੀ ਵੀ ਖਵਾ ਦੇਣ ਜਿਹੜੀ ਆਪ ਖਾਈ ਜਾ ਰਹੇ। ਆਫਤਾਬ ਸਾਹਿਬ, ਆਫਤਾਬ ਸਾਹਿਬ ਜੀ ਸਰ। ਜੀ ਸਰ, ਤੁਸੀਂ ਸਰ ਉਹ ਆਪਣਾ ਉਹ ਪਹਿਲਾ ਪੇਜ ਸਾਨੂੰ ਪੜ੍ਹ ਕੇ ਸੁਣਾਓ। ਜੀ ਸਰ। ਇਹਦਾ ਨਾਂ ਹੈ ਆਪਰੇਸ਼ਨਲ ਕਾਸਟ, ਜਿਹਨੂੰ ਲਾਗਤ ਕਹਿੰਦੇ ਨੇ। ਤੇ ਕਹਾਣੀ ਸ਼ੁਰੂ ਹੁੰਦੀ ਹੈ। ਮੇਰੇ ਭੈਣੋ ਤੇ ਭਰਾਓ, ਮਸਜਿਦ ਜ਼ੇਰੇ ਤਾਮੀਰ ਹੈ, ਅੱਲਾ ਦਾ ਘਰ ਲੈਂਟਰਾਂ ਤੀਕਰ ਪੜ ਗਿਆ ਜੇ, ਤੇ ਹੁਣ ਬਿਜਲੀ ਤੇ ਰੰਗ ਰੋਗਨ ਦਾ ਕੰਮ ਰਹਿ ਗਿਆ। ਦਿਲ ਖੋਲ ਕੇ ਆਪਣਾ ਹਿੱਸਾ ਪਾਈ ਜਾਓ ਤੇ ਅੱਲਾ ਦਾ ਘਰ ਬਣਾਈ ਜਾਓ। 10 ਦੁਨੀਆ ਤੇ 70 ਆਖਰਤ ਤੁਸੀਂ ਅੱਲਾ ਦਾ ਘਰ ਬਣਾਓਗੇ ਤੇ ਅੱਲਾ ਤੁਹਾਡਾ ਘਰ ਆਪਣੇ ਹੱਥ ਨਾਲ ਜੰਨਤ ਵਿੱਚ ਬਣਾਏਗਾ। ਰੱਬ ਤੁਹਾਨੂੰ ਖੈਰੀ ਖੈਰੀ ਆਪਣੀ ਮੰਜ਼ਿਲ ਤੇ ਪਹੁੰਚਾਏ। ਇਹ ਗੱਲ ਸੁਣ ਕੇ ਛੋਟਾ ਹੁੰਦਾ ਮੈਂ ਵੀ ਬੱਸ ਵਿੱਚ ਉਸ ਚੰਦਾ ਇਕੱਠਾ ਕਰਨ ਵਾਲੇ ਦੇ ਗੱਲੇ ਵਿੱਚ 5-10 ਪਾ ਦਿੰਦਾ ਸੀ ਕਿ ਵਪਾਰ ਬੜਾ ਵਾਰੇ ਦਾ ਲੱਗਦਾ ਸੀ ਕਿ ਪਤਾ ਨਹੀਂ ਇੱਥੇ ਘਰ ਮਿਲਣਾ ਹੈ ਕਿ ਨਹੀਂ, ਉੱਥੇ ਤੇ ਪੱਕਾ ਕਰੋ। ਜਦੋਂ ਵੀ ਲਾਹੌਰ ਤੋਂ ਨਿਆਜ਼ੀ ਅੱਡੇ ਤੇ ਬੱਸ ਸਟੈਂਡ ਤੇ ਆਪਣੇ ਪਿੰਡ ਆਉਣ ਵਾਲੀ ਗੱਡੀ ਤੇ ਬਹਿੰਦਾ ਤੇ ਟੂਲ ਪਲਾਜ਼ਾ ਆਉਣ ਤੋਂ ਪਹਿਲੇ ਹੀ ਗੱਡੀ ਵਿੱਚ ਇਹ ਬੰਦਾ ਆਂਦਾ ਤੇ ਆਪਣੀ ਆਵਾਜ਼ ਲਾਂਦਾ ਤੇ 50-100 ਇਕੱਠਾ ਕਰਕੇ ਨਿਕਲ ਜਾਂਦਾ। ਹੁਣ ਮੈਂ 30 ਸਾਲ ਤੋਂ ਉੱਤੇ ਦਾ ਹੋ ਗਿਆ ਤੇ ਇਹ ਬੰਦਾ ਹੁਣ ਵੀ ਹਰ ਵਾਰੀ ਮਸਜਿਦ ਜ਼ੇਰੇ ਤਾਮੀਰ ਹੈ ਦੀ ਗੱਲ ਕਰਕੇ ਤੇ ਪੈਸੇ ਲੋਕਾਂ ਕੋਲੋਂ ਲੈ ਕੇ ਗੱਡੀ ਤੋਂ ਲੈ ਜਾਂਦਾ ਹੈ। ਹਿੰਮਤ ਕਰਕੇ ਮੈਂ ਇੱਕ ਦਿਨ ਡਰਾਈਵਰ ਕੋਲੋਂ ਪੁੱਛ ਹੀ ਲਿਆ ਕਿ ਭਾਈ ਨੇ ਇਹਨੂੰ ਨਿੱਕੇ ਹੁੰਦੇ ਤੋਂ ਵੇਖ ਰਿਹਾ ਤੇ ਹਜੇ ਤੱਕ ਇਹਦੀ ਮਸੀਤ ਨਹੀਂ ਬਣੀ। ਤੁਸੀਂ ਤੇ ਰੋਜ਼ ਆਉਂਦੇ ਜਾਂਦੇ ਹੋ, ਤੁਹਾਨੂੰ ਤੇ ਖਬਰ ਹੋਵੇਗੀ ਸਾਰੀ। ਉਹ ਇਹ ਬੜੀ ਵੱਡੀ ਗੇਮ ਜੇ। ਉਹਨੇ ਹੱਸ ਕੇ ਕਿਹਾ। ਮੈਂ ਆਪਣੇ ਕਾਰਨ ਪੰਨੇ ਤੇ ਤਜੱਸਸ ਨਾਲ ਉਹਦੇ ਵੱਲ ਵੇਖਿਆ ਤੇ ਕਿਹਾ, ਗੇਮ ਕੀ ਇਹ ਮਸਜਿਦ ਲਈ ਨਹੀਂ ਪੈਸੇ ਇਕੱਠੇ ਕਰਦਾ? ਹਾਂਜੀ, ਇਹ ਇਹਨਾਂ ਦਾ ਜੱਦੀ ਪੁਸ਼ਤੀ ਕੰਮ ਹੈ। ਇਹ ਲੋਕਾਂ ਕੋਲੋਂ ਪੈਸੇ ਲੈਂਦੇ ਨੇ ਤੇ ਜਿੰਨੇ ਵੀ ਪੈਸੇ ਇਕੱਠੇ ਹੋਣ ਉਹਦੇ ਵਿੱਚ ਅੱਧ ਜਾਂ 40% ਰੱਖ ਕੇ ਬਾਕੀ ਮਸਜਿਦ ਨੂੰ ਦੇ ਦਿੰਦੇ ਨੇ। ਇਹ ਬੰਦਾ ਵੀ ਇਹੋ ਹੀ ਕੰਮ ਕਰਦਾ ਹੈ ਤੇ ਆਪਣਾ ਤੇ ਇਹਦਾ ਅੱਬਾ ਵੀ ਇਹੀ ਕੰਮ ਕਰਦਾ ਸੀ। ਫਿਰ ਮੈਨੂੰ ਅੱਖ ਮਾਰ ਕੇ ਤੇ ਹੱਸ ਕੇ ਕਹਿੰਦਾ, ਉਹ ਜਨਾਬ ਇਹਨਾਂ ਨੇ ਵੀ ਤੇ ਇੱਥੋਂ ਹੀ ਖਾਣਾ ਹੈ, ਆਪਣਾ ਵੀ ਕੰਮ ਕਰੀ ਜਾਂਦੇ ਨੇ ਤੇ ਰੱਬ ਦਾ ਘਰ ਵੀ ਬਣਾਈ ਜਾਂਦੇ ਨੇ। ਆਪਣਾ ਮਾਲ ਪਾਣੀ ਤੇ ਲਾਗਤ ਕੱਢ ਲਈ ਤੇ ਬਾਕੀ ਅੱਲਾ ਦੇ ਘਰ। ਅੱਲਾ ਤੇ ਖੈਰ ਸੱਲਾ। ਫਿਰ ਮੈਂ ਯੂਨੀਵਰਸਿਟੀ, ਸਰ ਇੱਕ ਪੇਜ ਹੋ ਗਿਆ, ਅੱਗੇ ਪੜ੍ਹ ਦਿਓ। ਅੱਗੇ ਪੜ੍ਹੋ। ਫਿਰ ਮੈਂ ਯੂਨੀਵਰਸਿਟੀ ਵਿੱਚ ਜੈਂਡਰ ਸਟੱਡੀ ਪੜ੍ਹ ਕੇ ਤੇ ਡਿਵੈਲਪਮੈਂਟ ਸਟੱਡੀ ਪੜ੍ਹਨ ਅਮਰੀਕਾ ਚਲਾ ਗਿਆ ਤੇ ਉੱਥੇ ਵੱਡੀਆਂ ਗੈਰ ਸਰਕਾਰੀ ਤਨਜ਼ੀਮਾਂ ਕਿਵੇਂ ਕੰਮ ਕਰਦੀਆਂ ਨੇ ਤੇ ਉਹ ਕਿਵੇਂ ਗਰੀਬ ਮੁਲਕਾਂ ਲਈ ਫੰਡ ਤਕਸੀਮ ਕਰਦੀਆਂ ਨੇ ਜਾਂ ਦਿੰਦੀਆਂ ਨੇ। ਉਹ ਹੇਠ ਤੋਂ ਲੱਗ ਕੇ ਉੱਤੇ ਤੱਕ ਸਾਰੀ ਪੜ੍ਹਾਈ ਕੀਤੀ ਤੇ ਸਾਰੇ ਵੱਲ ਸਿੱਖੇ ਤੇ UN ਤੇ ਆਕਸਫੋਰਡ ਵਿੱਚ ਇੰਟਰਨਸ਼ਿਪ ਕਰਕੇ ਪ੍ਰਪੋਜ਼ਲ ਰਾਈਟਿੰਗ ਵਿੱਚ ਆਪਣਾ ਮੇਜਰ ਪੜ੍ਹ ਕੇ ਪਾਕਿਸਤਾਨ ਵਾਪਸ ਆ ਗਿਆ। ਇੱਥੇ ਆ ਕੇ ਬੜੀ ਵੱਡੀ NGO ਵਿੱਚ ਜੌਬ ਕਰ ਲਈ ਤੇ ਐਵੇਂ ਹੀ ਜ਼ਿੰਦਗੀ ਮੁਲਕ ਵਿੱਚ ਗੁਰਬਤ, ਮਕਾਨ, ਤਾਲੀਮ ਤੇ ਜ਼ਨਾਨੀਆਂ ਦੀ ਹਾਲਤ ਬਿਹਤਰ ਕਰਦੇ ਇੱਕ ਤੋਂ ਇੱਕ ਬਾਅਦ ਇੱਕ ਪ੍ਰੋਜੈਕਟ ਵਿੱਚ ਖਪ ਗਈ। ਇੱਕ ਵਾਰੀ ਇੱਕ ਸਮਾਲ ਗ੍ਰਾਂਟ ਦਾ ਪ੍ਰਪੋਜ਼ਲ ਲਿਖਣਾ ਸੀ ਤੇ ਸਾਡੀ ਆਰਗੇਨਾਈਜੇਸ਼ਨ ਨੇ ਉਹ ਪ੍ਰਪੋਜ਼ਲ ਮੈਨੂੰ ਲਿਖਣ ਵਾਸਤੇ ਦੇ ਦਿੱਤਾ। ਗ੍ਰਾਂਟ ਸਾਨੂੰ ਚਾਹੀਦੀ ਸੀ ਕਿ ਇੱਕ 10-15 ਪਿੰਡਾਂ ਦਾ ਬਹੁਤ ਵੱਡਾ ਰਲਵਾਂ ਕਬਰਸਤਾਨ ਸੀ ਤੇ ਸਾਰੇ ਬੰਦੇ ਪਿੰਡ ਵਿੱਚ ਉਹਦੇ ਵਿੱਚ ਇੱਕ ਚੌਰਸਤਾ ਜਿਹਾ ਬਣ ਗਿਆ ਸੀ ਤੇ ਲੋਕ ਉੱਥੋਂ ਲੰਘ ਕੇ ਦੂਜੇ ਪਿੰਡ ਜਾਂਦੇ ਤੇ ਉਹਨੂੰ ਸ਼ਾਰਟਕਟ ਵਾਸਤੇ ਵਰਤਣ ਲੱਗ ਪਏ। ਸਾਡੀ ਆਰਗੇਨਾਈਜੇਸ਼ਨ ਨੇ ਸਰਵੇ ਕੀਤਾ, 5-10 ਤਸਵੀਰਾਂ ਖਿੱਚੀਆਂ ਤੇ ਇੱਕ ਵੱਡੀ ਸਾਰੀ ਅੰਗਰੇਜ਼ੀ ਵਿੱਚ ਰਿਪੋਰਟ ਤਿਆਰ ਕਰਕੇ ਡੋਨਰ ਏਜੰਸੀ ਨੂੰ ਭੇਜ ਦਿੱਤੀ, जिनका लब आब ऐसी कि गुर्बत की वजह से आदमी को मरने के बाद भी सुकून नहीं मिलता, इज्जत और एहतराम नहीं किया जाता, जो कि मरने के बाद हर इंसान का बुनियादी हक है। ग्रांट दी जाए
ताकि 4 दीवारी करके कब्रिस्तान का तकद्दुस बहाल किया जाए और वॉल सिटी की तरह यहाँ पर भी रेस्टोरेशन का काम किया जाए ताकि 5000 साल पुराना कब्रिस्तान और इसके बोर्ड के दरख्त को सफ़ा हस्ती से बचाया जा सके। खैर मैं प्रपोजल लिखन बैठा तो ਉਹਦੇ ਵਿੱਚ ਇੱਕ ਕਾਲਮ ਸੀ ਆਪਰੇਸ਼ਨਲ ਕਾਸਟ ਦਾ ਕਿ ਇਹ ਪ੍ਰੋਜੈਕਟ ਕਰਦੇ ਹੋਏ ਤੁਹਾਡਾ ਆਮਨ ਜਾਮਨ ਖਾਵਨ ਪੀਵਨ ਤੇ ਤਨਖਾਹਾਂ ਦਾ ਕੀ ਹਿਸਾਬ ਹੋਵੇਗਾ ਤੇ ਮੈਨੂੰ ਫੌਰਨ ਉਹ ਚੰਦਾ ਮੰਗਣ ਵਾਲਾ ਹਾਫਜ਼ ਯਾਦ ਆ ਗਿਆ ਤੇ ਮੈਨੂੰ ਆਪਣੇ ਤੇ ਉਹਦੇ ਵਿੱਚ ਸਿਰਫ ਫਰਕ ਅੰਗਰੇਜ਼ੀ ਦੀ ਇੱਕ ਟਰਮ ਦਾ ਹੀ ਲੱਗਾ। ਉਹ ਪੜ੍ਹੇ ਲਿਖੇ ਬਗੈਰ ਸਿੱਧਾ ਸਾਵਾ ਮੰਗਦਾ ਸੀ ਤੇ ਲੋਕਾਂ ਦੀਆਂ ਗੱਲਾਂ ਵੀ ਸੁਣਦਾ ਸੀ ਤੇ ਮੈਂ ਉਹੀ ਕੰਮ ਆਪਣੇ ਏਸੀ ਵਾਲੇ ਕਮਰੇ 'ਚ ਲੈਪਟਾਪ ਦੇ ਅੱਗੇ ਬਹਿ ਕੇ ਤੇ ਸਫੇ ਕਾਲੇ ਕਰਕੇ ਮੰਗ ਰਿਹਾ ਸੀ। ਬਹਰਾਲ ਮੈਂ ਇਸ ਘਟਿਆ ਖਿਆਲ ਨੂੰ ਜ਼ਿਹਨ ਵਿੱਚੋਂ ਕੱਢ ਦਿੱਤਾ। ਇਹ ਕਹਿ ਕੇ ਛਟਕ ਦਿੱਤਾ ਕਿ ਫਾਇਦਾ ਤੇ ਲੋਕਾਂ ਦਾ ਹੀ ਹੋਣਾ ਤੇ ਮੈਂ ਕਿਹੜਾ ਲੁਕਾ ਕੇ ਪੈਸੇ ਕੋਈ ਮੰਗਦਾ ਪਿਆ, ਚੋਰੀ ਕਰਦਾ ਪਿਆ, ਧੋਖਾ ਥੋੜੀ ਦਿੰਦਾ ਪਿਆ। ਅੱਲਾ ਰੱਬ ਸਭ ਦੀਆਂ ਨੀਤਾਂ ਨੂੰ ਜਾਣਦਾ ਹੈ। ਅੱਲਾ ਅੱਲਾ ਖੈਰ ਸੱਲਾ। ਠੀਕ ਹੈ, ਥੈਂਕ ਯੂ। ਮੈਨੂੰ ਕਹਾਣੀ ਦੀ ਓਪਨਿੰਗ ਕਾਫੀ ਪਸੰਦ ਆਈ ਤੇ ਬੜੀ ਡਾਇਰੈਕਟ ਹੈ ਔਰ ਹਰ ਬੰਦੇ ਨੂੰ, ਜਿਸ ਤਰ੍ਹਾਂ ਮੈਂ ਕਿਹਾ, ਜਿਸ ਤਰ੍ਹਾਂ ਪਹਿਲੇ ਜਾਸਰ ਦੀ ਕਹਾਣੀ ਸੇ ਸ਼ੁਰੂ ਸੀ ਕਿ ਰਾਤ ਨੂੰ 9 ਵਜੇ ਤੋਂ ਬਾਅਦ ਜਿਹੜੀ ਫੋਨ ਕਾਲ ਹੁੰਦੀ ਉਹ ਆਮ ਤੌਰ ਤੇ ਪਿੰਡੋਂ ਖਾਸ ਤੌਰ ਤੇ ਜਿਹੜੀ ਹੁੰਦੀ ਉਹ ਖਤਰਨਾਕ ਹੁੰਦੀ ਹੈ। ਤੇ ਇਸੇ ਤਰ੍ਹਾਂ ਮੇਰਾ ਖਿਆਲ ਜਿਹੜਾ ਵੀ ਬੰਦਾ ਪਾਕਿਸਤਾਨ 'ਚ ਰਿਹਾ ਹੈ, ਬੱਸ ਸਫ਼ਰ ਕੀਤਾ ਹੈ, ਉਹ ਇਸ ਆਵਾਜ਼ ਨਾਲ ਬਹੁਤ ਫੈਮੀਲੀਅਰ ਹੈ। ਉਹਨੇ ਜਿਹੜੇ ਮਸਜਿਦ ਦੀ ਚੰਦਾ ਮੰਗਣ ਵਾਲਿਆਂ ਨੇ। ਔਰ ਅਗਰ ਤੁਸੀਂ ਇੱਕ ਰੂਟ ਤੇ ਹੀ ਬਹੁਤ ਅਰਸੇ ਤੱਕ ਸਫ਼ਰ ਕੀਤਾ ਹੈ, ਤੁਸੀਂ ਵੇਖਿਆ ਹੋਵੇਗਾ ਉਹ ਕਈ ਮਸੀਤਾਂ ਨੇ ਜਿਹੜੀਆਂ ਬਚਪਨ ਸ਼ੁਰੂ ਅਜੇ ਤੱਕ ਉੱਥੇ ਖਲੋਤੀਆਂ ਨੇ, ਕਈ ਬਣਨੀਆਂ ਨੇ ਤੇ ਉਹ ਇੱਕ ਬੜੀ ਫੈਮੀਲੀਅਰ ਇੱਕ ਆਵਾਜ਼ ਹੈ, ਇੱਕ ਜਿਹੜੀ ਅਸੀਂ ਸੁਣਦੇ ਆਏ ਹਾਂ। ਤੇ ਉਹਨੂੰ ਜਿਸ ਤਰ੍ਹਾਂ ਤੁਸੀਂ ਆਖਰ ਤੇ ਜਾ ਕੇ ਉਹ ਕਬਰਿਸਤਾਨ ਦੀ ਰੈਸਟੋਰੇਸ਼ਨ ਦੇ ਨਾਲ, ਔਰ ਉਹਦੇ 'ਚ ਇਹ ਗੱਲ ਹੈ ਕਿ ਮਰਨੇ ਵਾਲੇ ਦੇ ਬੁਨਿਆਦੀ ਹਕੂਕ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਵਾਕਈ ਉਹਦੀ ਪੇਚੇ 'ਚ ਔਰ ਉਹ ਜਿਹੜਾ NGO ਲਈ ਪ੍ਰਪੋਜ਼ਲ ਬਣਾਉਂਦਾ ਉਹਦੇ 'ਚ ਕੁਝ ਜ਼ਿਆਦਾ ਐਡਾ ਫਰਕ ਨਹੀਂ। ਇੱਕ ਸ਼ੈ ਜਿਹੜੀ ਇੱਕ ਕੰਮ ਜਿਹੜੀ ਕਹਾਣੀ ਕਰਦੀ ਹੈ ਉਹ ਬਾਜ਼ ਦਫਾ ਇਹ ਵੀ ਹੁੰਦਾ ਹੈ ਕਿ ਲੋਕ ਕਹਾਣੀਆਂ ਪੜ੍ਹਦੇ ਨੇ ਕਿ ਉਹਨਾਂ ਨੂੰ ਕਿਸੇ ਸ਼ੈ ਦਾ ਪਤਾ ਨਹੀਂ ਹੁੰਦਾ, ਕਿ ਇਨਸਾਈਡਰ ਨੌਲੇਜ ਜਿਹੜਾ ਹੈ ਨਾ, ਕਿ ਬਈ ਕੋਈ ਤਰੀਕਾ ਕੋਈ ਹੁੰਦੀ ਹੈ। ਤੁਸੀਂ ਕਹਾਣੀ ਕਿਸੇ ਘੁਮਿਆਰ ਦੇ ਬਾਰੇ 'ਚ ਪੜ੍ਹੋਗੇ ਤਾਂ ਨਾਲ ਇਹ ਵੀ ਦੱਸੀ ਜਾਏਗਾ ਕਿ ਬਰਤਨ ਬਣਾਉਣ ਦਾ ਤਰੀਕਾ ਕੀ ਹੈ, ਜਾਂ ਕਿਸੇ ਹੋਰ ਸ਼ੋਬੇ ਦੇ ਬਾਰੇ 'ਚ ਕਹਾਣੀ ਪੜ੍ਹੋਗੇ ਕਿ ਹਸਪਤਾਲ ਚੱਲਦਾ ਕਿਵੇਂ, ਅਸਲ 'ਚ ਇਹਦੀ ਅੰਦਰ ਦੀ ਮਕੈਨਿਕਸ ਕੀ। ਤੇ ਇਹ ਵੀ ਮੈਨੂੰ ਇਸ ਲਈ ਇਹਦੇ 'ਚੋਂ ਚੰਗੀ ਲੱਗੀ ਕਿ ਇੱਕ ਮੈਨੂੰ ਵੇਖੇ ਦੇ ਨੇ ਸਾਰਿਆਂ ਨੇ ਇਹ ਜਿਹੜੇ ਨੇ ਮਸੀਤਾਂ ਨਹੀਂ ਚੰਦਾ ਮੰਗਦੇ ਨੇ, ਠੀਕ ਹੈ ਨਾ, ਤੇ ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਮੇਰਾ ਖਿਆਲ ਸੀ ਆਪੇ ਮਸਜਿਦ ਬਣਾ ਰਹੇ ਹੁੰਦੇ ਨੇ, ਆਪੇ ਚੰਦਾ ਮੰਗਦੇ। ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਫ੍ਰੀਲਾਂਸ ਕੰਮ ਨਹੀਂ ਹੁੰਦਾ ਕਿ ਤੁਸੀਂ ਚੰਦਾ ਮੰਗੀ ਜਾਓ ਕਿਸੇ ਮਸਜਿਦ ਤੋਂ ਦੇ ਨਾਂ ਤੇ ਲੈ ਕੇ ਦੇਈ ਜਾਓ ਔਰ ਨਸਲ ਦਰ ਨਸਲ ਕਰਦੇ ਰਹੋ। ਉਹਦੇ ਨਾਲ ਉਹ ਜਿਹੜਾ ਮੇਰੇ ਵਰਗਾ ਰੀਡਰ ਹੈ ਉਹ ਆਪਣੇ ਆਪ ਨੂੰ ਇੱਕਦਮ ਨੌਲੇਜੇਬਲ ਵੀ ਮਹਿਸੂਸ ਕਰਦਾ ਕਿ ਮੈਨੂੰ ਨਵਾਂ ਨੌਲੇਜ ਜਿਹੜਾ ਆਫਤਾਬ ਸਾਹਿਬ ਦੀ ਕਹਾਣੀ ਨੇ ਦਿੱਤਾ। ਔਰ ਇਹ ਕਾਫੀ ਸਾਰੀਆਂ ਕਹਾਣੀਆਂ 'ਚ ਇਹ ਹੁੰਦਾ ਹੈ, ਖਾਸ ਤੌਰ ਤੇ ਪੋਪੂਲਰ ਜਿਹੜੀਆਂ ਕਹਾਣੀਆਂ ਨੇ ਉਹ ਲੋਕ ਪੜ੍ਹਦੇ ਨੇ। ਉਹ ਕਾਨੂੰਨ ਦੇ ਬਾਰੇ 'ਚ ਲੋਕ ਲਿਖਦੇ ਨੇ, ਮਤਲਬ ਕੁਛ ਮੈਡੀਸਨ ਦੇ ਬਾਰੇ 'ਚ ਲਿਖਦੇ ਨੇ ਲੋਕ, ਕੁਝ ਇਸ ਤਰ੍ਹਾਂ ਕੁਝ ਯਾਦਾਂ ਦੇ ਬਾਰੇ 'ਚ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ 'ਚ। ਉਹ ਇੱਕ ਬੜਾ ਮਜ਼ੇਦਾਰ ਕੰਮ ਹੈ ਕਿ ਅਗਰ ਤੁਹਾਨੂੰ ਕਿਸੇ ਕੰਮ ਦੇ ਅੰਦਰ ਦਾ ਪਤਾ ਹੈ, ਠੀਕ ਹੈ ਨਾ, ਇਹ ਕਿਵੇਂ ਹੁੰਦਾ, ਤੇ ਉਹ ਅੰਦਰ ਵਾਲਾ ਜਿਹੜਾ ਬੰਦਾ ਬੈਠਾ ਹੁੰਦਾ, ਜਿਸ ਤਰ੍ਹਾਂ ਹੁਣ ਤੁਸੀਂ ਬੈਠੇ ਹੋ ਚੰਦਾ ਮੰਗਣ ਵਾਲੀ ਮਸ਼ੀਨ ਦੇ ਅੰਦਰ ਬੈਠੇ ਹੋ, ਤੇ ਤੁਸੀਂ ਜ਼ਾਹਿਰ ਕੁਆਲੀਫਾਈਡ ਹੋ, ਲੋਕ ਯਕੀਨ ਵੀ ਕਰਨਗੇ, ਹੁਣ ਭਾਵੇਂ ਤੁਸੀਂ ਝੂਠ ਵੀ ਬੋਲਦੇ, ਠੀਕ ਹੈ ਨਾ, ਇਹ ਨਹੀਂ ਵੀ ਹੋਇਆ ਤੇ ਲੋਕ ਇਹ ਤੇ ਸਪਰਾ ਸਾਹਿਬ ਨੇ ਜਿਹੜਾ ਪਹਿਲੇ ਸਵਾਲ ਪੁੱਛਿਆ ਸੀ ਕਿ ਇਹ ਹੋਇਆ ਹੈ ਜਾਂ ਵਾਕਈ ਹੋਇਆ, ਤੇ ਮੈਨੂੰ ਬਿਲਕੁਲ ਫੌਰਨ ਯਕੀਨ ਆ ਗਿਆ। ਮੈਨੂੰ ਪੁੱਛਣ ਦੀ ਲੋੜ ਵੀ ਨਹੀਂ ਪਈ ਕਿ ਬਈ ਇਹ ਤੁਹਾਡੇ ਨਾਲ ਹੋਇਆ ਹੈ ਜਾਂ ਇਹ। ਤੇ ਇਹ ਇੱਕ ਇਹਦੀ ਕਾਫੀ ਵੈਸੇ ਕਮੀ ਹੈ। ਮੈਂ ਨਹੀਂ ਪੜ੍ਹਿਆ ਜ਼ੁਬੈਰ ਸਾਹਿਬ ਕਿ ਫਿਕਸ਼ਨ ਦੀ ਤੇ ਹੈ ਹੀ ਕਮੀ। ਆਮ ਜਿਹੜੇ ਮਜ਼ਮੂਨ ਨੇ ਜਾਂ ਮੈਮੋਆਰਸ ਜਾਂ ਪਰਸਨਲ ਜਿਹੜੀਆਂ ਚੀਜ਼ਾਂ ਨੇ ਲੋਕ ਉਹ ਵੀ ਪੰਜਾਬੀ 'ਚ ਘੱਟ ਲਿਖੀਆਂ ਗਈਆਂ ਨੇ, ਜਾਂ ਮੈਂ ਕਮ ਅਜ਼ ਕਮ ਘੱਟ ਪੜ੍ਹੀਆਂ ਨੇ। ਤੇ ਇਹ ਮੇਰਾ ਖਿਆਲ ਹੈ ਇਹ ਇੱਕ ਬੜੀ ਅੱਛੀ ਉਹਦੇ 'ਚ ਇਜ਼ਾਫਾ ਹੈ ਕਿ ਤੁਸੀਂ ਆਪਣਾ ਜਿਹੜਾ ਇੱਕ ਬਚਪਨ ਦਾ ਐਕਸਪੀਰੀਅੰਸ ਹੈ ਔਰ ਜਿਹੜਾ ਬਿਲਕੁਲ ਮਾਡਰਨ ਕੰਟੈਂਪਰੇਰੀ ਐਕਸਪੀਰੀਅੰਸ ਹੈ ਕਿ ਮੁਲਕ ਚੱਲਦਾ ਕਿਵੇਂ NGO ਦੇ ਉਹਦੇ 'ਚ ਕੀ ਹੁੰਦਾ, ਉਹਦੇ 'ਚ ਤੁਸੀਂ ਇੱਕ
ਇੱਕ ਉਹ ਲੱਭਿਆ, ਇੱਕ ਸਾਂਝ ਲੱਭੀ ਹੈ ਕਿ ਬਈ ਇਹ ਕੁਛ ਸ਼ਹਿਵਾਂ ਜਿਹੜੀਆਂ ਨੇ ਉਹ ਆਪਣਾ MA ਕਰਨ ਨਾਲ ਜਾਂ ਬਾਹਰ ਜਾ ਕੇ ਕਰਨ ਨਾਲ ਬਦਲ ਨਹੀਂ ਗਈਆਂ। ਇੱਕ ਤਰੀਕਾ ਜਿਹੜਾ ਹੈ ਸਾਡਾ ਪੁਰਾਣਾ ਉਹ ਚੱਲ ਰਿਹਾ। ਹੋਰ ਕੋਈ ਇਹਦੇ ਤੇ ਗੱਲ ਕਰਨਾ ਚਾਹੇਗਾ? ਮਰੀਮ ਤੁਸੀਂ ਨਹੀਂ ਬੋਲੇ ਅੱਜ। ਸਭ ਖੈਰ? ਜੀ ਜੀ ਬਹੁਤ ਚੰਗੀ ਕਹਾਣੀ ਇਹਨਾਂ ਨੇ ਲਿਖੀ। ਪੜ੍ਹ ਕੇ ਮੈਨੂੰ ਵੀ ਜਿਵੇਂ ਤੁਸੀਂ ਕਿਹਾ ਉਸੇ ਤਰ੍ਹਾਂ ਲੱਗਾ ਕਿ ਬਹੁਤ ਨੌਲੇਜ ਵੀ ਆਇਆ ਇਹਦੇ ਨਾਲ। ਤੇ ਬਸ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਹੜੀ ਇਹਨਾਂ ਆਖਰ ਵਿੱਚ ਲਿਖਿਆ ਨਾ ਕਿ ਮੇਰੇ ਤੇ ਉਹਦੇ ਵਿੱਚ ਇੱਕ ਲਾਈਨ ਦਾ ਹੀ ਫਰਕ ਹੈ। ਮੈਨੂੰ ਲੱਗ ਰਿਹਾ ਸੀ ਕਿ ਕਹਾਣੀ ਜੇ ਇੰਨੀ ਵੀ ਰਹਿੰਦੀ ਤੇ ਉਹ ਵੀ ਮੁਕੰਮਲ ਸੀ। ਫਿਰ ਉਹਨਾਂ ਨੇ ਆਖਰ ਵਿੱਚ ਉਹਨੂੰ ਜਸਟੀਫਾਈ ਕੀਤਾ ਆਪਣੇ ਐਕਸ਼ਨ ਨੂੰ। ਉਹ ਨਾ ਵੀ ਉਹਦੇ ਤੇ ਉਹਦੇ ਬਗੈਰ ਵੀ ਕਹਾਣੀ ਆਪਣੇ ਪੂਰੀ ਤਰ੍ਹਾਂ ਮੀਨਿੰਗਸ ਆਪਣੇ ਸਾਰਾ ਜੋ ਵੀ ਕਨਵੇ ਕਰਨਾ ਚਾਹ ਰਹੀ ਕਰ ਰਹੀ ਸੀ। ਹਾਂ ਠੀਕ ਹੈ। ਆਈ ਥਿੰਕ ਦੇयर इज अ ਪੁਆਇੰਟ। ਜਾਸਿਰ ਤੁਸੀਂ ਕਹਿ ਰਹੇ ਹੋ? ਇੱਕ ਜਿਹੜਾ ਮੈਨੂੰ ਇਸ਼ੂ ਹੁੰਦਾ ਹੈ ਨਾਰਮਲੀ ਉਹਨਾਂ ਕਹਾਣੀਆਂ ਨੂੰ ਪੜ੍ਹਨ ਜਿਹਨਾਂ ਦਾ ਥੋੜਾ ਜਿਹਾ ਇੱਕ ਮੋਰਲਿਸਟਿਕ ਐਂਗਲ ਹੁੰਦਾ ਹੈ ਕਿ ਅੱਛਾਈ ਕੀ ਹੈ, ਬੁਰਾਈ ਕੀ ਹੈ, ਜਾਂ ਕੀ ਸੋਸ਼ਲ ਨੋਰਮਸ। ਇਹ ਕਹਾਣੀ ਪੜ੍ਹ ਕੇ ਮੈਨੂੰ ਚੰਗੀ ਗੱਲ ਇਹ ਲੱਗੀ ਕਿ ਜਿੱਥੇ ਰਾਈਟਰ ਆਪਣੇ ਆਪ ਨੂੰ ਸੈਲਫ ਕ੍ਰਿਟਿਸਾਈਜ਼ ਕਰ ਰਿਹਾ ਉੱਥੇ ਤੁਹਾਨੂੰ ਵੀ ਫਿਰ ਬੁਰਾ ਫੀਲ ਕਰਦੇ ਇਹ ਨਹੀਂ ਲੱਗਦਾ ਕਿ ਉਹ ਤੁਹਾਨੂੰ ਕੋਈ ਕੰਡਿਸੈਂਡਿੰਗ ਵੇ 'ਚ ਇਹ ਚੀਜ਼ ਦੱਸ ਰਿਹਾ ਕਿ ਜੇ ਉਹਨੂੰ ਖੁਦ ਰੀਅਲਾਈਜੇਸ਼ਨ ਹੋਈ ਹੈ ਕਿ ਜਿਹੜਾ ਕੰਮ ਮੈਂ ਕਰ ਰਿਹਾ ਹੈ, ਜਿਹੜਾ ਕੰਮ ਉਹ ਬੱਸ 'ਚ ਕਰਦਾ ਉਹਦਾ ਕੋਈ ਫਰਕ ਨਹੀਂ ਹੈ। ਤੇ ਮਤਲਬ ਕੋਈ ਵੀ ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਹੁੰਦਾ ਉਹ ਅਸੀਂ ਇੱਕ ਸੈਲਫ ਇੰਪੋਰਟੈਂਸ ਦਾ ਉਹਦਾ ਬਣਾਇਆ ਹੁੰਦਾ ਕਿ ਵੀ ਮੈਂ ਫਾਈਨੈਂਸ 'ਚ ਆ, ਮੈਂ ਬੈਂਕ 'ਚ। ਪਰ ਜੋ ਵੇਖਿਆ ਜਾਏ ਤੇ ਉਹੀ ਕੰਮ ਮਤਲਬ ਉਹੀ ਕੰਮ ਹੈ ਜਿਹੜਾ ਕੋਈ ਦੂਜਾ ਬੰਦਾ ਇੱਕ ਦੂਜੇ ਲੈਵਲ ਤੇ ਕਰ ਰਿਹਾ ਹੁੰਦਾ ਉਹਨੂੰ ਬੁਰਾ ਸਮਝਿਆ ਜਾਂਦਾ। So I think ਜਿੱਥੇ ਰਾਈਟਰ ਖੁਦ ਆਪਣੇ ਆਪ ਨੂੰ ਇਨਵੋਲਵ ਕਰ ਲੈਂਦਾ ਇਨ ਦਾ ਪ੍ਰੋਸੈਸ ਆਫ ਰੀਅਲਾਈਜੇਸ਼ਨ ਥਰੂ ਆਊਟ ਦਾ ਸਟੋਰੀ ਤਾਂ ਉੱਥੇ ਫਿਰ ਤੁਹਾਨੂੰ ਉਹ ਚੀਜ਼ ਕੰਡਿਸੈਂਡਿੰਗ ਨਹੀਂ ਲੱਗਦੀ ਉਹ ਰੀਅਲਾਈਜੇਸ਼ਨ ਜਿਹੜੀ ਹੈ। ਤੇ ਮੈਨੂੰ ਉਹ ਬੜੀ ਅੱਛੀ ਲੱਗੀ ਕਿ ਉਹ ਮਤਲਬ ਉਹ ਨਹੀਂ ਕਿ ਉਹਨਾਂ ਨੇ ਇੱਕ ਉੱਚੇ ਮੋਰਲ ਤੇ ਬਹਿ ਕੇ ਤੇ ਕਿਹਾ ਕਿ ਇਹ ਜਿਹੜੇ ਚੰਦੇ ਮੰਗਦੇ ਨੇ ਤੇ ਜਿਹੜੇ NGO ਬਣਾਉਂਦੇ ਨੇ ਇਹਨਾਂ 'ਚ ਕੋਈ ਫਰਕ ਨਹੀਂ। ਉਹਨਾਂ ਨੇ ਆਪਣੇ ਆਪ ਨੂੰ ਉਹਦੇ ਵਿੱਚ ਸ਼ਾਮਿਲ ਕਰਕੇ ਉਹ ਰੀਅਲਾਈਜੇਸ਼ਨ ਕੱਢੀ ਹੈ। ਹਾਂ ਮੈਨੂੰ ਉਹਦੇ 'ਚ ਇਹ ਵੀ ਹੈ ਕਿ ਪ੍ਰੋਜੈਕਟ ਵੀ ਜਿਹੜਾ ਉਹ ਕਬਰਿਸਤਾਨ ਵਾਲਾ ਪਾਇਆ ਉਹ ਮਤਲਬ ਕਿ ਇੱਕ ਉਹਦੇ 'ਚ ਵੀ ਹੈ ਕਿ ਕਬਰਿਸਤਾਨ ਦੀ ਰਿਸਟੋਰੇਸ਼ਨ ਜਿਹੜੀ ਹੈ ਤਾਂ ਕਿ ਉਹਨਾਂ ਨੂੰ ਉਹ ਮਿਲ ਸਕਣ। ਤੇ ਉਹ ਆਈ ਥਿੰਕ ਉਹ ਇੰਟਰਸਟਿੰਗ ਉਹਦੇ 'ਚ ਟੱਚ ਹੈ। ਹੋਰ ਕੋਈ ਗੱਲ ਕਰਨਾ ਚਾਹੇਗਾ? ਤਾਹਿਰ ਸਾਹਿਬ ਤੁਸੀਂ? ਜੀ ਅਬਾਸ ਸਾਹਿਬ। ਮੇਰੀ ਛੋਟੀ ਜਿਹੀ ਆਬਜ਼ਰਵੇਸ਼ਨ ਸੀ, ਹੋ ਸਕਦਾ ਜ਼ਰੂਰੀ ਨਹੀਂ ਕਿ ਠੀਕ ਹੋਵੇ। ਉਹ ਇਹ ਕਿ ਜਦੋਂ ਅਸੀਂ ਕਹਾਣੀ ਲਿਖਣੇ ਆ ਮਤਲਬ ਉਹ ਸਾਰੇ ਉਹਦੀ ਰੀਡਰ ਹੁੰਦਾ ਹੈ ਤੇ ਰੀਡਰ ਤੇ ਵੀ ਥੋੜਾ ਜਿਹਾ ਸਾਨੂੰ ਟਰਸਟ ਕਰਨਾ ਚਾਹੀਦਾ ਹੈ ਕਿ ਉਹ ਚੀਜ਼ਾਂ ਨੂੰ ਸਮਝਦਾ ਹੈ ਔਰ ਸਮਝ ਸਕਦਾ ਹੈ। ਔਰ ਜਿਹੜੇ ਤੁਸੀਂ ਉਹਨੇ ਵੀ ਅੰਗੇਜ ਹੋਣਾ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਲਈ ਸਪੇਸ ਛੱਡਣੀ ਚਾਹੀਦੀ ਹੈ। ਲਿੰਕਸ ਉਹ ਆਪ ਦੇਖੇ, ਉਹ ਅੰਗੇਜ ਹੋਏਗਾ ਤੇ ਮਤਲਬ ਉਹ ਲਿੰਕਸ ਆਪ ਦੇਖੇਗਾ। ਤੇ ਜਿਹੜੀ ਦੋ ਕਿਸਮ ਦੀ ਜਿਹੜੀ ਰਸਾਗੀਰੀ ਹੈ ਤੁਸੀਂ ਉਹ ਦੱਸ ਰਹੇ ਹੋ, ਇੱਕ ਪੁਰਾਣੀ ਹੈ ਤੇ ਇੱਕ ਰਸਾਗੀਰੀ ਦੋ ਨੰਬਰੀ ਲੁੱਟ ਕਹਿ ਲਵੋ ਜਾਂ ਮਤਲਬ ਕਹਿ ਲਓ ਰਸਾਗੀਰੀ। ਉਹ ਵੀ ਰਸਾਗੀਰੀ ਇਹ ਵੀ ਹੈ। ਤੇ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਪ੍ਰਪੋਜ਼ਲ ਬਣਾਉਂਦੇ ਆ ਮੈਨੂੰ ਉਹ ਬੱਸ ਵਾਲਾ ਯਾਦ ਆ ਗਿਆ, ਤੁਸੀਂ ਅਗਰ ਇਹ ਨਾ ਵੀ ਕਹਿੰਦੇ ਤੇ ਆਪਣੀ ਪ੍ਰਪੋਜ਼ਲ ਦੇ ਵਿੱਚ ਜਿਹੜੀ ਤੁਸੀਂ ਆਪਣੀ ਰਸਾਗੀਰੀ ਕਰਦੇ ਪਏ ਹੋ ਉਹ ਅਗਰ ਕਰਕੇ ਦੱਸ ਦਿੰਦੇ ਤੇ ਤੁਸੀਂ ਅੱਗੇ ਰੀਡਰਸ ਤੇ ਟਰਸਟ ਕਰੋ ਕਿ ਉਹ ਆਪ ਉਹਨੂੰ ਆਪ ਉਹ ਲਿੰਕ ਦੇਖੇ ਜਿਹੜਾ ਕਿ ਤੁਸੀਂ ਛੱਡ ਦਿੱਤਾ ਓਪਨ। ਉਹ ਮੌਜੂਦ ਹੈ ਲੇਕਿਨ ਤੁਸੀਂ ਉਹਨੂੰ ਅੰਗੇਜ ਤੇ ਹੋਣ ਦਿਓ ਪੜ੍ਹਨ ਵਾਲੇ ਨੂੰ। ਤੁਸੀਂ ਅਗਰ ਨਾ ਲਿਖਦੇ ਲਿਖ ਦਿੱਤਾ ਹੈ ਤੇ ਫਿਰ ਉਹ ਠੀਕ ਹੈ ਜੀ ਹਾਂ ਜੀ ਗੱਲ ਮੁੱਕ ਗਈ। ਫਿਰ ਮੇਰੇ ਸੋਚਣ ਵਾਲੀ ਕੋਈ ਗੱਲ ਨਹੀਂ। ਰੀਡਰ ਉਹ ਬੁਲਾ ਹੈ ਜਿਹੜਾ ਇਹ ਵੀ ਚਾਹੁੰਦਾ ਹੈ ਕਿ ਮੈਂ ਪੜ੍ਹਾਂ ਔਰ ਮੈਨੂੰ ਇੰਟੈਲੀਜੈਂਟ ਵੀ ਮਹਿਸੂਸ ਕਰਾਂ, ਮੈਨੂੰ ਨੌਲੇਜ ਵੀ ਮਿਲੇ ਔਰ ਫਿਰ ਮੈਨੂੰ ਲੱਗੇ ਕਿ ਮੈਂ ਇਹ ਗੱਲ ਆਪੇ ਸਮਝੀ, ਮੈਨੂੰ ਰਾਈਟਰ ਨੇ ਨਹੀਂ ਸਮਝਾਈ। ਯਾਨੀ ਮਰੀਮ ਨੇ ਵੀ ਗੱਲ ਕੀਤੀ, ਤੁਸੀਂ ਵੀ ਗੱਲ ਕੀਤੀ। ਇਹ ਜਿਹੜਾ ਹੈ ਇਹ ਉਹਦੇ 'ਚ ਇੱਕ ਸ਼ਾਇਦ ਜਿਹੜੀ ਹੈ। ਤਾਹਿਰ ਤੁਸੀਂ ਕੁਝ ਕਹਿ ਰਹੇ ਸੋ? ਜੀ ਕਹਾਣੀ ਉਸ ਦਿਨ ਵੀ ਸੁਣੀ ਸੀ, ਅੱਛੀ ਓਪਨਿੰਗ ਮੈਨੂੰ ਵੀ ਬਹੁਤ ਅੱਛੀ ਲੱਗੀ। ਜਿਸ ਤਰ੍ਹਾਂ ਉਹ ਇੱਕ ਮਤਲਬ ਬੱਚੇ ਜਦੋਂ ਅਸੀਂ ਆਏ ਸੀ ਤੇ ਅਸੀਂ ਵੀ ਬੱਸਾਂ 'ਚ ਇਸ ਤਰ੍ਹਾਂ ਦੇਖਿਆ ਤੇ ਹੁਣ ਤੇ ਨਹੀਂ ਜ਼ਿਆਦਾ ਨਜ਼ਰ ਆਉਂਦੇ ਲੇਕਿਨ ਇਸ ਤਰ੍ਹਾਂ ਹੀ ਉਹ ਹਾਫਿਜ਼ ਜਿਵੇਂ ਮੰਗਦਾ ਪਿਆ ਸੀ। ਔਰ ਐਂਡ ਤੇ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਦਿਖਾਇਆ ਕਿ ਬਿਜ਼ਨਸ ਐਥਿਕਸ ਆਰ ਮੋਰ অর ਲੈਸ ਦ ਸੇਮ। ਉਹ ਪੈਂਟ ਕੋਟ ਪਾ ਕੇ ਟਾਈ ਵਗੈਰਾ ਲਗਾ ਕੇ ਉਹ ਉਸ ਤਰ੍ਹਾਂ ਹੀ ਗ੍ਰਾਂਟ ਪ੍ਰਪੋਜ਼ਲ ਬਣਾ ਰਹੇ ਨੇ ਜਿਵੇਂ ਉਹ ਹਾਫਿਜ਼ ਮੰਗ ਰਿਹਾ ਸੀ। ਤੇ ਦਿਲਚਸਪੀ ਅੱਛੀ ਲੱਗੀ। ਠੀਕ, ਥੈਂਕ ਯੂ। ਇਹ ਹੁਣ ਵੈਸੇ
वो किथे काम ऑनलाइन टुट गया हुण ऑनलाइन चंदा मंगदे ने या तुसी बस सफर करना नहीं कीता क्योंकि बाज़ दफा तुसी वड्डे हो जांदे हो नौकरी लग जांदी है तुसी बस तो गड्डी ते आ जांदे हो ते तुसी कहंदे हो कि हुणे काम नहीं हुंदा नहीं तुसी बस ते नहीं बनदे हो काम ते आई डोंट नो मैनू नहीं पता मैं भी उस उम्र च आ गया कि मैनू कुछ तजर्बे जी जी अफसर ਸਰ ਮੈਂ ਇਹ ਵਾਕਿਆ ਤੇ ਬਹਰਾਲ ਇੱਕ ਵਾਕਿਆ ਸੀ ਲੇਕਿਨ ਇਹਦਾ ਜਿਹੜਾ ਮੇਰੇ ਇਨਸਪਾਇਰੇਸ਼ਨ ਸੀ ਉਹ ਤੁਹਾਡੇ ਇੱਕ ਨਾਵਲ ਤੋਂ ਰੈਡ ਬਰਡ ਚੋਂ ਮਿਲੀ ਸੀ ਜਦੋਂ ਤੁਸੀਂ ਉਹਦੇ 'ਚ ਲਿਖਿਆ ਸੀ ਕਿ ਕੁਝ ਲੋਕ ਚੋਰੀ ਕਰਦੇ ਨੇ ਤੇ ਉਹਨਾਂ ਦੀ ਚੋਰੀ ਗਿਣੀਂਦੀ ਹੈ ਲੇਕਿਨ ਕੁਝ ਲੋਕ ਚੋਰੀ ਨਹੀਂ ਕਰਦੇ ਲੇਕਿਨ ਬਹੁਤ ਜ਼ਿਆਦਾ ਪੇਪਰ ਵਰਕ ਕਰਦੇ ਨੇ ਨਹੀਂ ਥੈਂਕ ਯੂ ਸੁਖਵਿੰਦਰ ਤੁਸੀਂ ਹੈ ਤੁਹਾਡਾ ਇੰਟਰਨੈਟ ਬਹਾਲ ਹੋ ਗਿਆ सुखविंदर साहब हाँ जी नमस्कार जी जी है वो तुसी है वो खैर सब खैर हाँ जी हाँ जी हाँ जी हाँ इंटरनेट चल पिया जी मुबारक हो हाँ इंटरनेट चल पिया ਤੁਹਾਡਾ ਤੇ ਕੋਈ ਤੁਸੀਂ ਕੋਈ ਗੱਲ ਕਰਨਾ ਚਾਹੋਗੇ ਜਿਹੜੀਆਂ ਕਹਾਣੀਆਂ ਸੀ ਸੁਣਾਈਆਂ ਨੇ ਤੁਹਾਨੂੰ ਉਹ ਕਹਾਣੀ ਇਹ ਤਾਂ ਉਹ ਜਿਹੜੀ ਕਹਾਣੀ ਮੈਨੂੰ ਉਹਨਾਂ ਨੇ ਭੇਜੀ ਸੀ ਆਪਣਾ ਰਿਕਾਰਡ ਕਰਕੇ ਪਹਿਲਾਂ ਉਹ ਮੈਂ ਸੁਣੀ ਸੀ 12-13 ਮਿੰਟ ਦੀ ਜੀ ਜੀ लगता है इंटरनेट फिर चला गया उन्होंने लग गया पता कि ठीक अच्छा मैं अगली क्लास ली मैं एक एक्सरसाइज सजेस्ट करना चाहना अब्बास साहब ਇਹ ਦੱਸੋ ਅब्बास ਸਾਹਿਬ ਜੀ ਜੀ ਸਰ ਕਿ ਤੁਹਾਨੂੰ ਯਾਦ ਹੈ ਕਿ ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਜ਼ਿੰਦਗੀ ਦੀ ਜਦੋਂ ਛੋਟੇ ਹੁੰਦੇ ਸੋ ਤੁਹਾਡੀ ਸਭ ਤੋਂ ਪਹਿਲੀ ਯਾਦਦਾਸ਼ਤ ਕੀ ਹੈ ਮੈਮਰੀ ਕੀ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਯਾਦ ਹੈ ਕੀ ਦੇਖੋ ਮੈਂ ਉਹਨੂੰ ਇਸ ਤਰ੍ਹਾਂ ਇਹ ਵੀ ਸਵਾਲ ਹੈ ਕਿ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਜੀ ਇਹ ਪਹਿਲੀ ਹੈ ਕਿਉਂਕਿ ਉਸ ਯਾਦਦਾਸ਼ਤ ਦੇ ਨਾਲ ਕੋਈ ਡੇਟ ਤੇ ਨਹੀਂ ਆਈ ਕੈਲੰਡਰ ਤੇ ਨਹੀਂ ਜੁੜਿਆ ਹੋਇਆ ਕੈਲੰਡਰ ਤੇ ਨਹੀਂ ਹਾਂ ਤੇ ਇੱਕ ਫੀਲਿੰਗ ਹੈ ਔਰ ਦੂਸਰਾ ਇਸ ਯਾਦ ਨੂੰ ਨਾ ਮੈਂ ਸ਼ੇਅਰ ਵੀ ਕੀਤਾ ਉਸ ਸਰਾਊਂਡਿੰਗ ਦੇ ਵਿੱਚ ਜਿਸ ਸਰਾਊਂਡਿੰਗ ਦੇ ਨਾਲ ਇਹਦਾ ਤਾਲੁਕ ਸੀ ਮਤਲਬ ਆਪਣੀ ਫੈਮਿਲੀ ਦੇ ਨਾਲ ਉਹ ਵੀ ਬੜੇ ਹੈਰਾਨ ਹੋਏ ਕਿ ਤੂੰ ਤੇ ਬਹੁਤ ਛੋਟਾ ਜਿਹਾ ਸਾਂ ਉਦੋਂ ਤੂੰ ਤੇ ਬਹੁਤ ਛੋਟਾ ਸਾਂ ਤੈਨੂੰ ਕਿਵੇਂ ਇਹ ਚੀਜ਼ ਯਾਦ ਹੈ ਤੇ ਉਹ ਇਹ ਵੇ ਕਿ ਪਿੰਡ ਦੀ ਗਲੀ ਔਰ ਮੈਂ ਕਿਸੇ ਦੇ ਕੰਧਾੜੇ ਚੁੱਕਿਆ ਪਿਓ ਹੈ ਜਾਂ ਕਿਸੇ ਦੇ ਕੰਧਾੜੇ ਮਰਦ ਨੇ ਮੈਨੂੰ ਕੰਧਾੜੇ ਚੁੱਕਿਆ ਹੋਇਆ ਤੇ ਮੈਂ ਦੂਰ ਦੇਖ ਰਿਹਾ ਔਰ ਉਹ ਜਿਨ੍ਹਾਂ ਚੁੱਕਿਆ ਹੋਇਆ ਹੈ ਦੋ ਇੱਕ ਲੋਕ ਉਹ ਦੂਰ ਦੇਖ ਰਹੇ ਨੇ ਉਹ ਇੱਕ ਛੱਪੜ ਦੇ ਪਰੇ ਕਰਕੇ ਨਾ ਟਾਂਗਾ ਹੈ ਜਿੱਥੋਂ ਟਾਂਗੇ ਚੱਲਦੇ ਸਨ ਉੱਥੇ ਘਰ ਚੋਂ ਕਿਸੇ ਇੱਕ ਜੀ ਦਾ ਜਿਹੜਾ ਨਵਾਂ ਵਿਆਹ ਹੋਇਆ ਹੈ ਫੁੱਫੀ ਮੇਰੀ ਉਹ ਟਾਂਗੇ ਤੇ ਬਹਿ ਕੇ ਉਹ ਉੱਥੋਂ ਜਾਂਦੇ ਪਏ ਨੇ ਤੇ ਇਹ ਅਸੀਂ ਕੁਝ ਜਿਨ੍ਹਾਂ ਨੇ ਮੈਨੂੰ ਚੁੱਕਿਆ ਹੋਇਆ ਇਹ ਉਹ ਥੋੜਾ ਅੱਗੇ ਤੱਕ ਆਉਂਦੇ ਨੇ ਤਾਂ ਕਿ ਉਹਨੂੰ ਜਾਂਦਿਆਂ ਹੋਇਆ ਦੇਖ ਸਕਣ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਭ ਤੋਂ ਪੁਰਾਣੀ ਹੈ ਜਿਹੜੀ ਮੇਰੀ ਮੈਮਰੀ ਹੈ ਜਿਹਦੀ ਮੈਨੂੰ ਠੀਕ ਹਾਂ ਇਹਦੇ ਚ ਇੱਕ ਤੇ ਮਤਲਬ ਇਹ ਮੇਰਾ ਖਿਆਲ ਕਾਫੀ ਹੁੰਦਾ ਕਿਸੇ ਨੂੰ ਕੋਈ 2 ਸਾਲ ਜਦੋਂ ਹੋਏਗਾ ਉਦੋਂ ਦੀ ਗੱਲ ਯਾਦ ਹੋਏਗੀ ਕਿਸੇ ਨੂੰ 5 ਸਾਲ ਦੀ ਗੱਲ ਯਾਦ ਹੋਏਗੀ ਆਮ ਤੌਰ ਤੇ ਇਹੀ ਹੋਏਗਾ ਕਦੀ ਤੁਸੀਂ ਭੈਣਾਂ ਭਰਾਵਾਂ ਨੂੰ ਗੱਲ ਕੀਤੀ ਹੋਏਗੀ ਉਹ ਕਹਿਣਗੇ ਤੇ ਜਾਂ ਤੇ ਹੋਇਆ ਹੀ ਨਹੀਂ ਸੀ ਜਾਂ ਜਦੋਂ ਇਹ ਹੋਇਆ ਸੀ ਉਦੋਂ ਤੇ ਤੂੰ ਜੰਮਿਆ ਹੀ ਨਹੀਂ ਸੀ ਬਾਅਦ ਦਫੇ ਵੀ ਕਿਉਂਕਿ ਉਹ ਐਡੀ ਪੁਰਾਣੀ ਗੱਲ ਹੈ ਲੇਕਿਨ ਸਾਡੇ ਜਾਂ ਤਾਂ ਸਾਨੂੰ ਯਾਦ ਹੈ ਜਾਂ ਅਸੀਂ ਅਗਰ ਕੋਸ਼ਿਸ਼ ਕਰਾਂਗੇ ਤੇ ਯਾਦ ਆਏਗੀ ਜੇ ਹੋ ਸਕਦਾ ਹੈ ਸਾਨੂੰ ਥੋੜੀ ਜਿਹਨੂੰ ਕੀ ਉਹਨੂੰ ਆਉਂਦੇ ਨੇ ਕੋਈ ਧੁੰਦਲੀ ਜਿਹੀ ਯਾਦ ਆਵੇ ਕਿਸੇ ਨੂੰ ਕੋਈ ਸਿਰਫ ਮੰਜ਼ਰ ਯਾਦ ਆਵੇ ਕਿਸੇ ਨੂੰ ਕੋਈ ਰੰਗ ਯਾਦ ਆਉਣ ਕਿਸੇ ਨੂੰ ਕੋਈ ਕਰੈਕਟਰ ਯਾਦ ਆਵੇ ਜਦੋਂ ਇਹਨਾਂ ਨੇ ਦੱਸਿਆ ਕਿ ਫੁੱਫੀ ਦਾ ਵਿਆਹ ਹੋਇਆ ਹੈ ਨਵਾਂ ਵਿਆਹ ਹੋਇਆ ਤੇ ਜਾ ਰਹੀ ਹੁਣ ਉਹ ਕਿਵੇਂ ਯਾਦਦਾਸ਼ਤ ਤੁਹਾਨੂੰ ਪਤਾ ਕਿ ਕਿਸੇ ਦਾ ਨਵਾਂ ਵਿਆਹ ਹੋਇਆ
ਜ਼ਾਹਿਰ ਹੈ ਉਹਨੇ ਕੋਈ ਕੱਪੜੇ ਪਾਏ ਹੋਣਗੇ ਇਸ ਤਰ੍ਹਾਂ ਦੇ, ਜਾਂ ਕੋਈ ਮਤਲਬ ਦੇਗਾਂ ਪਿੱਛੇ ਪਈਆਂ ਹੋਣਗੀਆਂ, ਜਾਂ ਮਤਲਬ ਕੋਈ ਨਾ ਕੋਈ ਹਰ ਬੰਦੇ ਦੇ ਨਾਲ। ਤੇ ਮੈਂ ਇਹ ਚਾਹਨਾ ਕਿ ਅਗਲੀ ਕਲਾਸ ਲਈ ਸਾਰੇ ਆਪਣਾ ਤਾਹਿਰ ਸਾਹਿਬ ਨੇ ਭੇਜੀ ਆਪਣੇ ਇੱਕ, ਤਾਹਿਰ ਸਾਹਿਬ 2 ਸਫ਼ੇ ਭੇਜੇ ਸਨ ਨਾ ਤੁਸੀਂ? ਜੀ ਜੀ, ਤੇ ਉਹ ਤੁਹਾਡੀ ਫਾਈਨਲ ਸਬਮਿਸ਼ਨ ਹੈ ਜਾਂ ਉਹਦੇ ਤੇ ਜੇ ਕੁਝ ਗੌਰ ਫਿਕਰ ਕਰਨਾ ਹੈ? ਬਸ ਉਹ ਓਪਨਿੰਗ ਸੀ, ਮੈਂ ਉਹਨੂੰ ਇੱਕ ਪ੍ਰੈਜ਼ੈਂਟ ਕੀਤਾ ਸੀ, ਮੈਂ ਕਿਹਾ ਉਹ ਤੋਂ ਹੀ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗਾ। ਇੱਕ ਲੰਬੀ ਕਹਾਣੀ ਬਣ ਰਹੀ ਸੀ, ਉਹ ਮੇਰੀ ਫੈਮਿਲੀ ਸਟੋਰੀ ਸੀ। ਉਹ ਪੜਾਂਗੇ। ਹੋਰ ਅਜੇ ਤੱਕ ਮਰੀਮ ਤੁਸੀਂ, ਫਰੀਦ ਸਾਹਿਬ ਤੁਸੀਂ, 3 ਬੱਚੇ ਨੇ ਅਜੇ, ਤੁਸੀਂ? ਮੈਂ ਲਿਖ ਤੇ 2 ਹਫ਼ਤੇ ਪਹਿਲੇ ਦੀ ਲਈ ਹੈ, ਪਰ ਮੇਰੇ ਨੰਬਰ ਨਹੀਂ ਸੀ ਆ ਰਹੇ, ਉਸ ਤੋਂ ਮੈਂ ਪੋਸਟ ਨਹੀਂ ਕੀਤੀ। ਨਹੀਂ, ਤੁਸੀਂ ਅੱਜ ਹੀ ਪੋਸਟ ਕਰ ਦਿਓ, ਨਹੀਂ ਦੇ ਵਾਰੀ ਦਾ। ਤੇ ਮਰੀਮ ਤੁਸੀਂ ਵੀ ਆਪਣਾ, ਜੀ ਠੀਕ ਹੈ, ਤੁਸੀਂ ਵੀ ਭੇਜੋ। ਹਨੀਫ ਸਾਹਿਬ ਇੱਕ ਸਵਾਲ ਹੈਗਾ ਜੀ। ਬੇਸ਼ੱਕ ਅਗਲੀ ਦਫਾ ਜਵਾਬ ਦੇ ਦੇਣਾ ਜੇ ਟਾਈਮ ਨਹੀਂ ਹੈ। ਤੇ ਇਹ ਜਿਹੜੀ ਕਹਾਣੀ ਅਸੀਂ ਲਿਖਨੇ ਆ, ਉਹ ਫਸਟ ਪਰਸਨ ਚ ਲਿਖਣੀ ਚਾਹੀਦੀ ਹੈ ਜਾਂ ਥਰਡ ਪਰਸਨ ਚ? ਉਹਦਾ ਨਰੇਟਰ ਜਿਹੜਾ ਹੈ ਉਹ ਕਿਵੇਂ ਬਣਾਈਏ ਅਸੀਂ? ਇਹਦਾ ਸਰ ਮੈਂ ਜ਼ਾਤੀ ਤਜਰਬੇ ਤੋਂ ਜਵਾਬ ਦੇ ਸਕਣਾ ਕਿ ਮੈਂ ਇੱਕ ਦਫਾ ਫਸਟ ਪਰਸਨ ਚ ਲਿਖੀ, ਅਗਲੀ ਦਫਾ ਤੌਬਾ ਕਰ ਲਈ ਕਿ ਫਸਟ ਪਰਸਨ ਚ ਕਰਾਂਗੀ, ਫਿਰ ਥਰਡ ਪਰਸਨ ਚ ਲਿਖੀ, ਫਿਰ ਤੌਬਾ ਕਰ ਲਈ ਕਿ ਥਰਡ ਪਰਸਨ ਚ ਕਰਾਂਗੀ, ਫਿਰ ਕੋਈ 3-4 ਰਲਾ ਕੇ ਲਿਖੀ, ਫਿਰ ਉਹਦੇ ਤੋਂ ਵੀ ਤੌਬਾ ਕਰ ਲਈ। ਹੁਣ ਤਾਂ ਮੇਰਾ ਖਿਆਲ ਹੈ ਹਰ ਕਹਾਣੀ ਜਿਹੜੀ ਹੋਏਗੀ ਨਾ ਉਹ ਆਪਣਾ ਡਿਸਾਈਡ ਕਰੇਗੀ, ਉਹ ਹਰ ਕਹਾਣੀ ਜਿਹੜੀ ਹੈ ਉਹ ਆਪ ਡਿਸਾਈਡ ਕਰੇਗੀ। ਇਹਦਾ ਕੋਈ ਫਾਰਮੂਲਾ ਮੈਨੂੰ ਤੇ ਨਹੀਂ ਸਮਝ ਆਇਆ। ਜੀ ਸੁਪਰਾ ਸਾਹਿਬ। ਜੀ ਮੈਂ ਪੁੱਛਣਾ ਚਾਹ ਰਿਹਾ, ਤੁਸੀਂ ਜਿਹੜੀ ਤੌਬਾ ਕੀਤੀ ਉਹ ਕਿਉਂ ਕੀਤੀ? ਮਤਲਬ ਫਸਟ ਪਰਸਨ ਥਰਡ ਪਰਸਨ ਕੀ ਮਸਲਾ ਹੈ? ਫਸਟ ਪਰਸਨ ਮਸਲਾ ਇਹ ਹੁੰਦਾ ਕਿ ਤੁਸੀਂ ਕੋਈ ਸ਼ੈ ਜਿਹੜੀ ਹੈ ਤੁਹਾਡੇ ਬਾਹਰ ਹੋ ਰਹੀ ਹੈ, ਕਿਤੇ ਹੋਰ ਹੋ ਰਹੀ ਹੈ, ਤੁਸੀਂ ਕਿਤੇ ਹੋਰ ਜਾਣਾ ਚਾਹੁੰਦੇ ਹੋ, ਨਹੀਂ ਜਾ ਸਕਦੇ ਕਿਉਂਕਿ ਤੁਸੀਂ ਤੇ ਬਾਉਂਡ ਆਪਣੇ ਆਪਣਾ ਕਹਾਣੀ ਬਣ ਲਈ, ਤੁਸੀਂ ਮਤਲਬ ਜਿੱਥੇ ਜਿੱਥੇ ਹੋ ਉਹ ਹੀ ਕਰ ਸਕਦੇ ਹੋ। ਹੁਣ ਤੁਸੀਂ ਦੂਸਰੀਆਂ ਕਹਾਣੀਆਂ ਵੀ ਦੱਸਣਾ ਚਾਹੁੰਦੇ ਹੋ ਜਾਂ ਕਿਤੇ ਲੈ ਜਾਣਾ ਚਾਹੁੰਦੇ ਹੋ, ਨਹੀਂ ਪਹੁੰਚ ਪਾ ਰਹੇ। ਲੇਕਿਨ ਉਹਦਾ ਐਡਵਾਂਟੇਜ ਵੀ ਹੈ ਕਿ ਥੋੜੀ ਜਿਹੀ ਇੰਟੀਮੇਟ ਹੁੰਦੀ, ਤੁਹਾਨੂੰ ਲੱਗਦਾ ਕਿ ਮਤਲਬ ਤੁਸੀਂ ਬੰਦੇ ਦੀ ਆਵਾਜ਼ ਸੁਣ ਰਹੇ ਹੋ। ਥਰਡ ਪਰਸਨ ਦੇ ਫਾਇਦੇ ਬੜੇ ਨੇ ਕਿ ਤੁਸੀਂ ਜਿੱਥੇ ਚਾਹੋ ਜਦੋਂ ਮਰਜ਼ੀ ਪਹੁੰਚ ਜਾਓ ਜਿੱਥੇ, ਲੇਕਿਨ ਉਹਦੇ ਨਾਲ ਫਿਰ ਦੂਸਰਾ ਚੈਲੰਜ ਇਹ ਹੁੰਦਾ ਹੈ ਕਿ ਅੱਛਾ ਵੀ ਹਰ ਬੰਦਾ ਕਿੱਥੇ ਫਿਰ ਰਿਹਾ ਹੈ, ਇਹ ਮਤਲਬ ਇਹ ਗੱਲ ਕਿੱਥੇ ਕਿਹਦੇ ਕੋਲ ਆ ਸੀ ਔਰ ਕਿਹਦੇ ਕੋਲ ਨਹੀਂ ਹੈ, ਉਹ ਮਸਾਇਲ। ਲੇਕਿਨ ਇਹਦੇ ਤੇ ਅਸੀਂ ਅਗਲੀ ਕਲਾਸ 'ਚ ਤੁਹਾਡੇ ਨਾਲ ਵੀ, ਤੁਹਾਡੇ ਵੀ, ਔਰ ਕੁਝ ਕਹਾਣੀਆਂ ਦੀਆਂ ਮਿਸਾਲਾਂ ਲੈ ਕੇ ਮੇਰਾ ਖਿਆਲ ਹੈ ਇਹਦੇ ਨਾਲ ਥੋੜੀ ਜਿਹੀ ਜ਼ਿਆਦਾ ਤਫਸੀਲ ਨਾਲ ਗੱਲ ਹੋ ਸਕਦੀ, ਕਿਉਂਕਿ ਬੁਨਿਆਦੀ ਚੈਲੰਜ ਹੁੰਦਾ ਕਿ ਬੰਦਾ ਕਹਾਣੀ ਸ਼ੁਰੂ ਕਿਵੇਂ ਕਰਦਾ। ਜਿਵੇਂ ਅਨਵਰ ਅਲੀ ਸਾਹਿਬ ਦੀ ਕਹਾਣੀ ਸ਼ੁਰੂ ਹੋਈ ਹੈ ਸਿੱਧੀ ਬਿਲਕੁਲ ਸਿੱਧਾ, ਉਹਨਾਂ ਨੇ ਆਪਣੀ ਜ਼ਿੰਦਗੀ 'ਚ ਪਾਤਾ ਕਿ ਵੀ ਰੇਡੀਓ ਵਾਲਿਆਂ ਦਾ ਫੋਨ ਆ ਜਾਂਦਾ ਕਹਾਣੀ ਲਿਖ, ਠੀਕ ਹੈ, ਬਿਲਕੁਲ ਇੰਟੀਮੇਟ। ਉਹ ਬਾਜ਼ ਦਫਾ ਤੁਸੀਂ ਪੜ੍ਹਦੇ ਹੋ ਮਤਲਬ ਕਿ ਥਰਡ ਪਰਸਨ ਕਹਾਣੀ ਹੁੰਦੀ ਹੈ ਤੇ ਉਹਦੇ 'ਚ ਤੇ ਉਹ ਅਸੀਂ ਪੜ੍ਹ ਕੇ ਥੋੜਾ ਜਿਹਾ ਉਹਦਾ ਕਰਾਂਗੇ। ਮੈਂ ਸਿਰਫ ਜਿਹੜਾ ਚਾਹ ਰਿਹਾ ਸਾਂ ਕਿ ਫਰੀਦ ਸਾਹਿਬ, ਮਰੀਮ ਤੇ ਤਾਹਿਰ ਦੀਆਂ ਅਸੀਂ ਕਹਾਣੀਆਂ ਅਗਲੀ ਕਲਾਸ 'ਚ ਪੜ੍ਹਾਂਗੇ। ਉਸ ਤੋਂ ਅਗਲੀ ਕਲਾਸ ਲਈ ਮੈਂ ਚਾਹੁੰਦਾ ਕਿ ਤੁਸੀਂ ਸੋਚਣਾ ਸ਼ੁਰੂ ਕਰੋ ਕਿ ਜਿਹੜੀ ਤੁਹਾਡੀ ਸਭ ਤੋਂ ਪਹਿਲੀ ਯਾਦਦਾਸ਼ਤ ਉਹ ਕੀ ਸੀ। ਔਰ ਮੈਂ ਨਹੀਂ ਚਾਹੁੰਦਾ ਕਿ ਉਹਨੂੰ ਤੁਸੀਂ ਕਹਾਣੀ ਲਿਖੋ ਉਹਦੇ ਤੇ, ਸਿਰਫ ਉਹਦੇ ਤੇ 1 ਪੇਜ, ਪੈਰਾ, 10 ਲਾਈਨਾਂ, ਉਹਦੇ 'ਚ ਮਤਲਬ ਜੋ ਵੀ ਤੁਹਾਨੂੰ ਯਾਦ ਆਵੇ, ਕੋਈ ਰੰਗ ਯਾਦ ਆਉਣ ਉਹਦੇ 'ਚ, ਕੋਈ ਜਗ੍ਹਾ ਯਾਦ ਆਵੇ ਉਹਦੇ 'ਚ, ਕੋਈ ਕਰੈਕਟਰ ਯਾਦ ਆਵੇ, ਜਾਂ ਅਗਰ ਕੋਈ ਇੰਸੀਡੈਂਟ ਹੋਇਆ, ਵਾਕਿਆ ਹੋਇਆ, ਵਕੂਆ ਹੋਇਆ, ਉਹ ਯਾਦ ਆਵੇ। ਲੇਕਿਨ ਟਰਾਈ ਐਂਡ ਗੋ ਐਜ਼ ਫਾਰ ਬੈਕ ਐਜ਼ ਯੂ ਕੈਨ, ਮਤਲਬ ਜਿਹੜੀ ਬਿਲਕੁਲ ਤੁਹਾਨੂੰ ਲੱਗਦਾ, ਔਰ ਤੁਹਾਨੂੰ ਸਿਲੈਕਟ ਵੀ ਕਰਨਾ ਪਏਗਾ, ਚੂਜ਼ ਕਰਨਾ ਪਏਗਾ ਕਿ ਬਈ ਤੁਹਾਨੂੰ ਸ਼ਾਇਦ ਬਿਲਕੁਲ ਸ਼ੋਰ ਨਾ ਹੋਵੋ ਕਿ ਯਾਰ ਇਹ ਸੀ ਪਹਿਲੇ, ਜਾਂ ਉਸ ਤੋਂ ਪਹਿਲੇ ਇਹ ਹੋਇਆ ਸੀ, ਜਾਂ ਉਸ ਤੋਂ ਪਹਿਲੇ ਇਹ ਹੋਇਆ ਸੀ। ਉਹ ਤੁਸੀਂ ਆਪ ਚੂਜ਼ ਕਰੋ, ਆਪ ਫੈਸਲਾ ਕਰੋ। ਤੇ ਮਲਟੀਪਲ ਸੀ ਹਨੀਫ ਸਾਹਿਬ ਜੀ, ਜਿਸ ਤਰ੍ਹਾਂ ਮੈਂ ਸੋਚਾਂ ਤੇ ਮੈਨੂੰ 6-7 ਜਾਂ 4-5 ਚੀਜ਼ਾਂ ਲੱਗਣਗੀਆਂ ਕਿ ਸ਼ੁਰੂ ਦੀ ਯਾਦਦਾਸ਼ਤ ਹੈ ਮੇਰੀ, ਮਲਟੀਪਲ ਵੀ ਲਿਖ ਸਕਦੇ ਹਾਂ ਅਸੀਂ, ਇੱਕ ਤੋਂ ਜ਼ਿਆਦਾ। ਮੇਰਾ ਖਿਆਲ ਹੈ ਰਾਈਟਿੰਗ ਦਾ ਕੰਮ ਜਿਹੜਾ ਹੁੰਦਾ ਉਹ ਹੁੰਦਾ ਚੋਇਸਿਸ ਕਰਨਾ, ਠੀਕ ਹੈ ਨਾ। ਜਦੋਂ ਵੀ ਤੁਸੀਂ ਲਿਖਣ ਬੈਠਦੇ ਹੋ, ਮੈਂ ਇਹ ਕਹਾਣੀ ਲਿਖਾਂ, ਇਹ ਲਿਖਾਂ, ਇਹ ਲਿਖਾਂ, ਇਹ ਲਿਖਾਂ, ਤੁਸੀਂ ਲਿਖ ਸਕਦੇ ਹੋ। ਓਬਵੀਅਸਲੀ ਤੁਸੀਂ 6 ਵੀ ਲਿਖ ਸਕਦੇ ਹੋ, ਲੇਕਿਨ ਤੁਸੀਂ ਚੂੰਕਿ ਲਿਖਣੀ ਹੈ ਹੁਣ ਔਰ ਸ਼ੇਅਰ ਕਰਨੀ ਹੈ ਲੋਕਾਂ ਨਾਲ, ਉਹਦੇ 'ਚ ਇੱਕ ਤੁਹਾਡੀ ਚੀਜ਼ ਜ਼ੇਨ 'ਚ ਇਹ ਵੀ ਹੋਣੀ ਚਾਹੀਦੀ ਹੈ ਕਿ ਜਿਹੜਾ
ਤੁਹਾਡਾ ਰੀਡਰ ਹੈ ਤੇ 9 ਤੇ ਇੱਥੇ ਹੈ ਨੇ ਮਾਸ਼ਾਅੱਲਾ। ਤੇ ਉਹ ਇਹ ਨਹੀਂ ਸੋਚਣਾ ਕਿ ਉਹ ਕੀ ਚਾਹੁੰਦਾ ਮੇਰੇ ਕੋਲ, ਲੇਕਿਨ ਉਹਦੇ ਲਈ ਜਾਂ ਤੁਹਾਡੇ ਲਈ ਐਜ਼ ਅ ਰਾਈਟਰ ਕਹਾਣੀ ਦੇ ਤੌਰ ਤੇ ਕੀ ਇੰਪੋਰਟੈਂਟ, ਉਹਨਾਂ ਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ। ਔਰ ਚੂੰਕਿ ਤੁਸੀਂ ਲਿਖਣੀ ਹੈ, ਸਾਨੂੰ ਕੋਈ ਨਹੀਂ ਪਤਾ, ਉਹ ਤੇ ਸਿਪਰਾ ਸਾਹਿਬ ਹੈਗੇ ਨਹੀਂ ਸਨ, ਇਹਨਾਂ ਨੇ ਇਹ ਨਹੀਂ ਕਹਿਣਾ ਕਿ ਇਹ ਝੂਠ ਬੋਲ ਰਿਹਾ, ਇਹਨੇ ਸਹੀ ਇੰਜ ਤੇ ਨਹੀਂ ਸੀ ਹੋਇਆ, ਤੇ ਤੁਸੀਂ 6 ਮਿਲਾ ਕੇ ਵੀ ਲਿਖ ਸਕਦੇ ਹੋ। ਠੀਕ, ਮਤਲਬ ਹਨੀਫ ਸਾਹਿਬ ਇੱਕ ਥੋੜੀ ਜਿਹੀ ਗੁਜ਼ਾਰਿਸ਼ ਕਰਨੀ ਸੀ ਕਿ ਮੈਂ ਉਹ ਦੇਖ ਰਿਹਾ ਸੀ ਆਪਣਾ ਦੀ ਵੈਬਸਾਈਟ, ਇੱਕ ਬਹੁਤ ਸ਼ਾਨਦਾਰ ਕਹਾਣੀਕਾਰ ਸਾਡੇ ਪਰਲੇ ਪੰਜਾਬ ਦੇ ਹੋਏ ਨੇ, ਕਿਉਂਕਿ ਸੁਖਵਿੰਦਰ ਸਿੱਧੂ ਸਾਹਿਬ ਵੀ ਨੇ ਸਾਡੇ ਨਾਲ, ਉਹਦਾ ਨਾਂ ਸੀ ਕੁਲਵੰਤ ਸਿੰਘ ਵਿਰਕ। ਜੀ ਜੀ ਬਿਲਕੁਲ। ਉਹਨਾਂ ਦੀ ਕਿਤਾਬ ਇੱਥੇ ਪਈ ਹੋਈ ਹੈ ਆਪਣਾ ਦੇ ਤੂੜੀ ਦੀ ਪੰਡ, ਤੇ ਮੈਂ ਉਹ ਕਾਫੀ ਕਹਾਣੀਆਂ ਪੜ੍ਹੀਆਂ ਹੋਈਆਂ ਨੇ। ਜੇ ਤੁਸੀਂ ਪਸੰਦ ਕਰੋ, ਮੈਂ 1 ਜਾਂ 2 ਕਹਾਣੀਆਂ ਰਿਕਮੈਂਡ ਕਰ ਸਕਦਾ ਆਪਣੀ ਕਲਾਸ ਵਾਸਤੇ। ਚਲੋ ਤੁਸੀਂ ਬਿਲਕੁਲ ਰਿਕਮੈਂਡ ਕਰੋ। ਮੈਂ ਪਹਿਲੇ ਵੀ ਕਿਹਾ ਸੀ ਕਿ ਪਲੀਜ਼ ਹੋਰ ਵੀ ਕਿਸੇ ਨੇ ਕੋਈ ਸ਼ਾਇਦ ਜਿਹੜੀ ਪੜ੍ਹੀ ਹੋਵੇ, ਜਿਹੜੀ ਤੁਸੀਂ ਰਿਕਮੈਂਡ ਕਰਨਾ ਚਾਹੋ, ਸ਼ੇਅਰ ਕਰਨਾ ਚਾਹੋ ਕਿ ਅਸੀਂ ਮੈਂ ਪਿਛਲੀ ਕਲਾਸ 'ਚ ਸ਼ਾਇਦ ਉਹਨਾਂ ਨੇ ਕਿਹਾ ਸੀ, ਤੇ ਅਫਜ਼ਲ ਅਸਰ ਰੰਧਾਵਾ ਸਾਹਿਬ ਦੀ ਰਨ ਤਲਵਾਰ ਤੇ ਉਹ ਬਹੁਤ ਅੱਛੀਆਂ ਕਹਾਣੀਆਂ ਮੈਂ। ਅੱਛਾ ਚਲੇ ਠੀਕ, ਉਹਨਾਂ ਨੂੰ ਵੀ ਪੜਾਂਗੇ। ਤੇ ਟਾਈਮ ਹੋ ਗਿਆ ਪੂਰਾ, ਤੇ ਤੁਸੀਂ ਐਟਲਾਂਟਾ ਹੀ ਹੋ ਫਰੀਦ ਸਾਹਿਬ? ਹਾਂਜੀ, ਮੈਂ ਅਗਲੇ ਤੋਂ ਅਗਲੇ ਵੀਕ। ਅੱਛਾ, ਅਸੀਂ ਸਾਡੀ ਕੱਲ ਐਟਲਾਂਟਾ ਤੋਂ ਰਵਾਨਗੀ ਹੈ। ਅੱਲਾ ਤੁਹਾਡੀ ਵੀ ਜਾਨ ਛੁਡਾਵੇ, ਅੱਲਾ ਤੁਹਾਡੀ ਵੀ ਜਾਨ ਛੁਡਾਵੇ, ਤੇ ਸਭ ਖੈਰੀ, ਸਭ ਘਰੀ ਵਾਪਸ ਜਾਓ। ਤੇ ਥੈਂਕ ਯੂ ਵੈਰੀ ਮਚ। ਤੇ ਅਗਲੇ ਹਫਤੇ ਫਿਰ ਸੈਟਰਡੇ ਨੂੰ, ਉਸ ਤੋਂ ਪਹਿਲੇ ਆਪਣਾ ਤਾਹਿਰ ਨੇ ਭੇਜਤੀ ਹੈ, ਮਰੀਮ ਤੇ ਫਰੀਦ ਸਾਹਿਬ ਭੇਜਣਗੇ। ਸੁਖਵਿੰਦਰ ਸਾਹਿਬ ਤੁਸੀਂ ਅਗਰ ਸੁਣ ਰਹੇ ਹੋ ਤੇ ਤੁਸੀਂ ਵੀ ਕੋਈ ਸ਼ਾਇਦ ਭੇਜ ਦਿਓ, ਠੀਕ ਹੈ ਨਾ? ਤੇ ਚਲੋ ਠੀਕ ਹੈ, ਥੈਂਕ ਯੂ, खुदा हाफिज। जी एंड कर दिए जी मीटिंग। रब रखा जी, बिल्कुल एंड कर दो जी, बिल्कुल, बहुत सब शुक्रिया, मेहरबानी।